ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਪਾਤਸ਼ਾਹ ਦਰਵੇਸ਼ ਨਦਰ ਕਰਨੀ ਹਜੂਰ। ਭੂਲ ਛਿਮੋ ਹਮਰੀ ਪ੍ਰਵਾਪਨ ਭੂਲਨਹਾਰ ਕਹਾਂ ਕੋ ਮੋਸੋ। ਗੁਰੂ ਨਾਨਕ ਸਾਹਿਬ ਕਿਰਪਾ ਕਰਨੀ ਮਹਾਰਾਜ। ਨਾਨਕ ਗੁਰੂ ਨ ਚੇਤਨੀ ਮਨ ਆਪਣੀ ਸੁਚੇਤ। ਛੂਟੇ ਤਿਲ ਬੁਆੜ ਜਿਉ ਸੰਜੇ ਅੰਦਰ ਖੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਸਾ ਦੀ ਵਾਰ ਦੀ ਬਾਣੀ ਦੇ ਦਰਸ਼ਨ ਕੁਝ ਚਿਰ ਤੋਂ ਕਰ ਰਹੇ ਹਾਂ। 20 ਪੌੜੀਆਂ ਅਸੀਂ ਵਿਚਾਰ ਚੁੱਕੇ ਹਾਂ। ਹਜੂਰ ਦੇ ਵਿਚਾਰਾਂ ਦੇ ਦਰਸ਼ਨ ਪਿਛਲੇ 20 ਪੌੜੀਆਂ ਵਿੱਚ ਅਸੀਂ ਕੀਤੇ ਹਨ। ਮਹਾਰਾਜ ਦੇ ਆਪਣੇ ਸਿੱਖ ਨੂੰ ਜੋ ਆਪਦੇ ਆਦੇਸ਼ ਹਨ ਉਹਨਾਂ ਨੂੰ ਅਸੀਂ ਸਮਝਣ ਦਾ ਯਤਨ ਕਰਦੇ ਹਾਂ। ਆਪਣੇ ਮਨ ਨੂੰ ਸ਼ਬਦ ਨਾਲ ਜੋੜਨ ਦਾ ਯਤਨ ਕਰਦੇ ਹਾਂ ਤਾਂ ਕਿ ਵਿਚਾਰ ਸ਼ਬਦ ਦੀ ਹਜ਼ੂਰੀ 'ਚੋਂ ਬਦਲਣ ਔਰ ਉਸ ਬਦਲਾਵ 'ਚੋਂ ਇੱਕ ਨਵਾਂ ਰਾਹ ਜੀਵਨ ਦਾ ਮਿਲੇ। ਅਸੀਂ ਉਸ ਇਕਾਗਰ ਮਨ ਵੱਲ ਚਲੀਏ ਜਿਸ ਮਨ ਵਿੱਚ ਸਦਾ ਵਿਕਾਸ, ਸਦਾ ਖੇੜਾ ਔਰ ਇੱਕ ਆਨੰਦ ਦੇ ਦਰਸ਼ਨ ਹਨ। ਸਿੱਖ ਔਰ ਗੁਰੂ ਦਾ ਮਿਲਣ ਇੱਕ ਪ੍ਰੇਮ ਦੀ ਖੇਡ ਹੈ। ਗੁਰੂ ਕੋਲ ਉਹ ਵਸਤੂ ਹੈ ਜਿਹੜੀ ਦੁਨੀਆ ਵਿੱਚ ਕਿਸੇ ਹੋਰ ਕੋਲ ਨਹੀਂ ਹੈ ਔਰ ਸਿੱਖ ਕੇਵਲ ਇੱਕ ਉਸ ਵਸਤੂ ਨੂੰ ਭਾਲਦਾ ਹੈ ਜਿਹੜੀ ਸਿਰਫ ਗੁਰੂ ਕੋਲ ਹੈ। ਅੱਜ ਗੁਰੂ ਸਾਡੇ ਨਾਲ ਆਸ਼ਕੀ ਦੀ ਗੱਲ ਕਰਨਗੇ। ਗੁਰੂ ਅੰਗਦ ਸਾਹਿਬ ਦੀ 2 ਪੌੜੀਆਂ 2 ਸ਼ਲੋਕ ਹਨ ਔਰ ਪੌੜੀ ਗੁਰੂ ਨਾਨਕ ਸਾਹਿਬ ਦੀ ਹੈ। ਜੀਵਨ ਵਿੱਚ ਅਸੀਂ 2 ਤਰ੍ਹਾਂ ਦੇ ਰਿਲੇਸ਼ਨਸ਼ਿਪਸ ਰੱਖਦੇ ਹਾਂ, ਜਾਂ ਵਪਾਰ ਦੇ ਜਾਂ ਆਸ਼ਕੀ ਦੇ। ਪੂਰੀ ਤਰ੍ਹਾਂ ਆਸ਼ਿਕ ਬਣ ਨਹੀਂ ਪਾਉਂਦੇ। ਪੂਰਾ ਆਸ਼ਿਕ ਕੌਣ ਹੈ? ਅੱਜ ਗੁਰੂ ਦੀ ਇਸ ਪੌੜੀ ਨੂੰ ਵਿਚਾਰ ਕੇ ਸ਼ਾਇਦ ਸਮਝ ਆਉਣਾ ਸ਼ੁਰੂ ਹੋ ਜਾਏ। ਹਉਮੈ ਦੇ ਮਨ ਵਿੱਚ ਰਹਿੰਦੇ ਹੋਏ ਆਸ਼ਕੀ ਕਰਨਾ ਪੋਸੀਬਲ ਹੀ ਨਹੀਂ ਹੈ। ਗੁਰੂ ਅੱਜ ਆਸ਼ਕੀ ਦਾ ਤੱਤ ਸਮਝਾਉਣਗੇ ਸਾਨੂੰ। ਕੋਈ ਵੀਰ ਭੈਣ ਇਸ ਪੌੜੀ ਨੂੰ ਪੜ੍ਹਦੇ, ਫਿਰ ਅਸੀਂ ਇਹਦੇ ਵਿਚਾਰ ਵਿੱਚ ਉਤਰਦੇ ਹਾਂ। ਧੰਨਵਾਦ ਮਹਾਰਾਜ। ਵਾਹਿਗੁਰੂ ਜੀ। ਸ਼ਲੋਕ ਮਹਿਲਾ ਦੂਜਾ। ਏਕ ਨਹੀਂ ਆਸ਼ਕੀ ਦੂਜੈ ਲੱਗੈ ਜਾਏ। ਨਾਨਕ ਆਸ਼ਕ ਕਾਂਡੀਐ ਸਦ ਹੀ ਰਹਿ ਸਮਾਏ। ਚੰਗੇ ਚੰਗਾ ਕਰ ਮੰਨੇ ਮੰਦੈ ਮੰਦਾ ਹੋਏ। ਆਸ਼ਕ ਇਹ ਨ ਆਖੀਐ ਜੇ ਲੇਖੈ ਵਰਤੈ ਸੋਏ। ਮਹਿਲਾ ਦੂਜਾ। ਸਲਾਮ ਜਵਾਬ ਦੋਵੇਂ ਕਰੈ ਮੁੰਡੋਂ ਗੁੱਥਾ ਜਾਏ। ਨਾਨਕ ਦੋਵੇਂ ਕੂੜੀਆਂ ਥਾਏ ਨ ਕਾਈ ਪਾਏ। ਪੌੜੀ। ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉ ਕਾਲੀਐ। ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨ ਹਾਰੀਐ ਤੇ ਵੇਹਾ ਪਾਸਾ ਟਾਲੀਐ। ਕਿਛ ਲਾਹੇ ਉਪਰ ਕਾਲੀਐ ਕਿਛ ਲਾਹੇ ਉਪਰ ਕਾਲੀਐ। ਵਾਹਿਗੁਰੂ ਜੀ। ਧੰਨਵਾਦ ਵੀਰ। ਨਾਨਕ ਆਸ਼ਕ ਕਾਂਡੀਏ ਔਰ ਥੱਲੇ ਹੈ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਏ। ਕਿਛ ਲਾਹੇ ਉੱਪਰ ਕਾਲੀਏ। ਕੁਝ ਇਹੋ ਜਿਹਾ ਜੀਵਨ ਹੋਏ ਜਿਹੜਾ ਲਾਹੇ ਵਾਲਾ ਹੋਏ। ਲਾਹੇ ਦਾ ਮਤਲਬ ਹੈ ਪ੍ਰੋਫਿਟ। ਗੁਰੂ ਜੀਵਨ ਨੂੰ ਇੱਕ ਖੇਡ ਦੀ ਤਰ੍ਹਾਂ ਦੱਸਦੇ ਹਨ ਸਾਨੂੰ ਔਰ ਇਹਦੇ ਵਿੱਚ ਹਾਰ ਜਿੱਤ ਵੀ ਹੈ, ਨਫਾ ਨੁਕਸਾਨ ਵੀ ਹੈ।
ਗੁਰੂ ਸਮਝਾ ਰਹੇ ਹਨ ਕਿ ਕੁਝ ਕਰਨ ਨਾਲ ਨਫਾ ਹੋ ਸਕਦਾ ਹੈ ਔਰ ਨਾ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਗੁਰੂ ਦੇ ਦਰਸ਼ਨ ਹੀ ਸਿੱਖ ਵਾਸਤੇ ਲਾਹਾ ਹੈ। ਗੁਰੂ ਨੂੰ ਮਿਲਣਾ ਹੀ ਸਤ ਨੂੰ ਜਾਣ ਲੈਣਾ ਹੈ। ਗੁਰੂ ਨੂੰ ਆਲਿੰਗਨ ਕਰ ਲੈਣਾ ਆਵਗੁਣ ਮਿਟਾ ਦੇਣਾ ਹੈ। ਗੁਰੂ ਨਾਲ ਪ੍ਰੇਮ ਕਰ ਦੇਣਾ ਦੁਨੀਆ ਨੂੰ ਜਿੱਤ ਲੈਣਾ ਹੈ। ਗੁਰੂ ਉਹ ਬਾਹ ਪਕੜਾਉਂਦਾ ਹੈ ਜਿਹੜਾ ਸਦਾ ਵਿਕਾਸ ਦਿੰਦੀ ਹੈ। ਗੁਰੂ ਉਹ ਤਤ ਗਿਆਨ ਦਿੰਦਾ ਹੈ ਜਿਹੜਾ ਜੀਵਨ ਤੋਂ ਜਾਣ ਵੇਲੇ ਸਾਨੂੰ ਲਾਭ ਔਰ ਲਾਹਾ ਸਮਝਾਉਂਦਾ ਹੈ, ਜੀਵਨ ਵਿੱਚ ਰਹਿੰਦੇ ਹੋਏ ਵੀ ਔਰ ਜੀਵਨ ਤੋਂ ਬਾਅਦ ਵੀ। ਕੁਝ ਖੇਡਾਂ ਇਹੋ ਜਿਹੀਆਂ ਹਨ ਜੀਵਨ ਵਿੱਚ ਜਿਹੜੀਆਂ ਜੀਵਨ ਵਿੱਚ ਹੀ ਰਹਿ ਜਾਣਗੀਆਂ। ਜੀਵਨ ਦੇ ਵਿੱਚ ਅਸੀਂ ਬਹੁਤ ਕੁਝ ਖੇਡਦੇ ਹਾਂ। ਆਪਣਾ ਕਾਰੋਬਾਰ ਕਰਦੇ ਹਾਂ, ਉਹਨੂੰ ਵੀ ਇੱਕ ਤਰ੍ਹਾਂ ਦਾ ਖੇਡ ਸਮਝੀਏ। ਉੱਥੇ ਵੀ ਹਾਰ ਜਿੱਤ ਹੈ। ਗ੍ਰਸਤ ਜੀਵਨ ਵਿੱਚ ਵੀ ਹਾਰ ਜਿੱਤ ਹੈ। ਆਪਣੇ ਹੋਰ ਸੁਸਾਇਟੀ ਦੇ ਸਟੇਟਸ ਵਿੱਚ ਵੀ ਹਾਰ ਜਿੱਤ ਹੈ। ਉੱਥੇ ਦੇ ਰੂਲਸ ਕੁਝ ਹੋਰ ਨੇ, ਪਰ ਉਹ ਸਭ ਕੁਝ ਹੁੰਦੇ ਹੋਏ ਜਿਵੇਂ ਇੱਕ ਪੇੜ ਦੀ ਜੜ ਵਿੱਚ ਉਸ ਦੇ ਸਾਰੀ ਹੈਲਥ ਵਸੀ ਹੈ, ਉਸ ਦਾ ਵਿਕਾਸ ਵਸਿਆ ਹੈ, ਉਸ ਦੇ ਪੱਤਿਆਂ ਦਾ ਹਰੇ ਹੋਣਾ ਉਹਦੇ ਜੜ ਦੀ ਹੈਲਥ ਵਿੱਚ ਵਸਿਆ ਹੈ। ਪੇੜ ਨੂੰ ਕੱਟ ਦਿਓ, ਅਗਰ ਉਹਦੀ ਜੜ੍ਹਾਂ ਸਾਬਤ ਹੋਣਗੀਆਂ ਤਾਂ ਫਿਰ ਪਣ ਪਾਏਗਾ। ਇਸੇ ਤਰ੍ਹਾਂ ਜੀਵਨ ਦੀ ਜੜ ਵਿੱਚ ਇੱਕ ਤਤ ਗਿਆਨ ਹੈ। ਫਿਜ਼ੀਕਲ ਲਾਈਫ ਸਭ ਤਰ੍ਹਾਂ ਨਾਲ ਖਤਮ ਵੀ ਹੋ ਜਾਏਗੀ। ਅਗਰ ਉਹ ਗਿਆਨ ਕਿਸੇ ਕੋਲ ਹੈ ਤਾਂ ਸਭ ਕੁਝ ਉਹਦੇ ਕੋਲ ਹੈ, ਕੁਝ ਵੀ ਨਹੀਂ ਹਾਰੇਗਾ। ਨਾਨਕ ਭਗਤਾ ਸਦਾ ਵਿਕਾਸ, ਸੁਣੀਏ ਦੁਖ ਭਾਪ ਕਾ ਨਾਸ। ਸ਼ਬਦ ਦੀ ਵਿਚਾਰ ਗੁਰੂ ਨੂੰ ਮਿਲਣ ਦੀ ਇੱਕ ਵਿਧੀ ਹੈ ਮਹਾਰਾਜ। ਇਹੀ ਅਰਦਾਸ, ਇਹੀ ਕਿਰਪਾ ਹੈ ਮਹਾਰਾਜ ਅੱਗੇ, ਇਹੀ ਬੇਨਤੀ ਹੈ ਮਹਾਰਾਜ ਅੱਗੇ ਕਿ ਗੁਰੂ ਔਰ ਸਿੱਖ ਦੇ ਇਸ ਮਿਲਣ ਦੀ ਵਿਧੀ ਸਾਨੂੰ ਸਮਝ ਆਏ। ਗੁਰੂ ਸਾਨੂੰ ਨਦਰ ਕਰ ਦੇਣ, ਉਸ ਜੀਵਨ ਦਾ ਗਿਆਨ, ਉਸ ਜੀਵਨ ਦੇ ਦਰਸ਼ਨ ਬਖਸ਼ ਦੇਣ ਜਿਹੜਾ ਸਾਨੂੰ ਤਤ ਗਿਆਨ ਜੀਵਨ ਦਾ ਸਮਝਾ ਦੇਵੇ। ਅਸੀਂ ਜੋ ਕੁਝ ਵੀ ਜੀਵਨ ਵਿੱਚ ਕਰਦੇ ਹਾਂ ਉਹਦੇ ਵਿੱਚ ਲੈਣ ਦੇਣ ਹੈ। ਆਸਾ ਦੀ ਵਾਰ ਦੀ ਹਉਮੈ ਔਰ ਹਉਮੈ ਦੀ ਪੌੜੀ ਵਿੱਚ ਹੀ ਸਾਹਿਬ ਨੇ ਸਮਝਾਇਆ ਹੈ ਕਿ ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਸਭ ਲੈਣ ਦੇਣ ਹਉਮੈ ਵਿੱਚ ਹੁੰਦਾ ਹੈ, ਪਰ ਹਉਮੈ ਤੋਂ ਪਰੇ ਕੁਝ ਹੈ ਤਾਂ ਉਹਦਾ ਰਸਤਾ ਕੀ ਹੈ? ਔਰ ਅਗਰ ਹਉਮੈ ਤੋਂ ਪਰੇ ਲੈਣ ਦੇਣ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹਦਾ ਕੀ ਗਿਆਨ ਹੈ? ਮਹਾਰਾਜ ਕਹਿੰਦੇ ਹਨ ਕਿ ਵਪਾਰ ਜੀਵਨ ਦਾ ਇੱਕ ਪਹਿਲੂ ਹੈ ਜਿੱਥੇ ਇੱਕ ਹਿਸਾਬ ਵਿੱਚ ਸਭ ਕੁਝ ਲਿਆ ਜਾਂਦਾ ਹੈ ਔਰ ਦਿੱਤਾ ਜਾਂਦਾ ਹੈ। ਇੱਥੇ ਕਰਮ ਪ੍ਰਧਾਨ ਹਨ। ਜਦ ਤੱਕ ਅਸੀਂ ਨਦਰ ਦਾ ਜੀਵਨ ਨਾਮ ਦੇ ਮੁਸ਼ੱਕਤ ਵਿੱਚ ਨਹੀਂ ਉਤਰਦੇ, ਤਦ ਤੱਕ ਸਾਨੂੰ ਸਾਡੇ ਕਰਮ ਸਾਡੇ 'ਤੇ ਕਾਬੂ ਕਰਦੇ ਹਨ। ਕਰਮਾਂ ਦਾ ਸਾਡੇ 'ਤੇ ਕੰਟਰੋਲ ਹੈ। ਕਰਮਾਂ ਕਰਕੇ ਅਸੀਂ ਜੀਵਨ ਨੂੰ ਜੀਂਦੇ ਹਾਂ। ਦੁੱਖ ਔਰ ਸੁੱਖ ਸਾਨੂੰ ਮਿਲਦੇ ਹਨ ਔਰ ਉਹ ਸਾਨੂੰ ਸਦਾ ਲਈ ਇੱਕ ਚੇਂਜ ਵਿੱਚ ਘੁਮਾਉਂਦੇ ਰਹਿੰਦੇ ਹਨ। ਇਹ ਕਰਮ ਦਾ ਜੀਵਨ ਹੈ। ਪਰ ਮਹਾਰਾਜ ਕਹਿੰਦੇ ਹਨ ਕਿ ਮੁਸ਼ੱਕਤ ਕਰਦਾ ਹੈ ਜੋ ਨਾਮ ਜਪਦਾ ਹੈ ਉਸ ਨੂੰ ਨਦਰ ਮਿਲਦੀ ਹੈ। ਪਰ ਨਾਮ ਕੌਣ ਜਪੇਗਾ ਔਰ ਕਿਉਂ ਜਪੇਗਾ? ਇਹ ਗਿਆਨ ਦੀ ਗੱਲ ਹੈ ਮਹਾਰਾਜ। ਮੈਨੂੰ ਜੀਵਨ ਦੇ ਦੁੱਖ ਵਿੱਚ ਵਿਚਰਦੇ ਹੋਏ ਸਮਝ ਆ ਜਾਏ ਕਿ ਜੀਵਨ ਤਾਂ ਸਭ ਦੁੱਖ ਹੀ ਹੈ। ਮੈਂ ਸੁੱਖ ਲੱਭਣ ਜਾਂਦਾ ਹਾਂ, ਮੈਨੂੰ ਦੁੱਖ ਹੀ ਮਿਲਦਾ ਰਹਿੰਦਾ ਹੈ। ਮੈਂ ਨਫੇ ਵਾਸਤੇ ਜਾਂਦਾ ਹਾਂ, ਨਫਾ ਹੁੰਦਾ ਵੀ ਹੋਏਗਾ, ਪਰ ਉਸ ਤੋਂ ਖੇੜਾ ਬਹੁਤਾ ਦੇਰ ਨਹੀਂ ਚੱਲਦਾ। ਬਹੁਤਾ ਦੇਰ ਉਸ ਤੋਂ ਖੁਸ਼ੀ ਨਹੀਂ ਮਿਲਦੀ। ਕੁਝ ਨਵਾਂ ਵਪਾਰ ਮਨ ਲੱਭਦਾ ਹੈ। ਫਿਰ ਇਹ ਸਭ ਅਸੀਂ ਰਿਲੇਸ਼ਨਸ਼ਿਪਸ ਵਿੱਚ ਵੀ ਕਰਦੇ ਹਾਂ, ਆਪਣੇ ਕਾਰੋਬਾਰ ਵਿੱਚ ਵੀ ਕਰਦੇ ਹਾਂ, ਆਪਣੇ ਜੀਵਨ ਵਿੱਚ, ਸੁਸਾਇਟੀ ਵਿੱਚ, ਹਰ ਜਗ੍ਹਾ ਕਰਦੇ ਹਾਂ। ਅਗਰ ਇਸ ਤਰ੍ਹਾਂ ਜੀਵਨ ਨੂੰ ਸਮਝੀਏ ਤਾਂ ਅਸੀਂ ਸਭ ਕੁਝ ਦੂਸਰੇ ਨਾਲ ਕਰ ਰਹੇ ਹਾਂ, ਪਰ ਕਰ ਆਪਣੇ ਹੀ ਖੇਤ ਵਿੱਚ ਰਹੇ ਹਾਂ। ਇਹ ਬੀਜ ਮੇਰੇ ਮਨ ਵਿੱਚ ਹੀ ਬੀਜੇ ਜਾ ਰਹੇ ਹਨ। ਤਾਂ ਇਹਦਾ ਇਹ ਅਰਥ ਨਿਕਲਦਾ ਹੈ ਕਿ ਸਭ ਕੁਝ ਮੈਂ ਆਪਣੇ ਆਪ ਨਾਲ ਹੀ ਕਰ ਰਿਹਾ ਹਾਂ। ਦੂਸਰੇ ਦਾ ਇਹਦੇ ਨਾਲ ਕੋਈ ਵਾਹ ਨਹੀਂ ਹੈ। ਮੈਂ ਕਿਸੇ ਨਾਲ ਚੰਗਾ ਕੀਤਾ, ਉਹ ਬੀਜ ਚੰਗਾ ਮੇਰੇ ਮਨ ਵਿੱਚ ਵਾਸਾ ਕਰ ਗਿਆ।
ਮੈਂ ਕਿਸੇ ਨੂੰ ਦੁੱਖ ਦਿੱਤਾ, ਉਹ ਬੀਜ ਮੇਰੇ ਮਨ ਵਿੱਚ ਵਾਸਾ ਕਰ ਗਿਆ। ਉਹ ਜਿਹੜੇ ਬੀਜ ਨੇ ਉਹੀ ਮੈਨੂੰ ਖੱਟਣੇ ਪੈਣਗੇ। ਉਹ ਜਿਹੜੇ ਬੀਜ ਹਨ ਅੱਜ ਨਹੀਂ ਤੇ ਕੱਲ ਮੇਰੇ ਸਾਹਮਣੇ ਆਣਗੇ। ਤਾਂ ਦੂਸਰਾ ਕੌਣ ਹੈ ਇੱਥੇ? ਸਭ ਕੁਝ ਮੈਂ ਆਪਣੀ ਹਉਮੈ ਨਾਲ ਹੀ ਜੀ ਰਿਹਾ ਹਾਂ। ਮੈਂ ਔਰ ਮੇਰੇ ਹਉਮੈ ਦਾ ਰਿਲੇਸ਼ਨਸ਼ਿਪ ਕੀ ਹੈ, ਇਹ ਮੇਰੀ ਲਾਈਫ ਡਿਫਾਈਨ ਕਰ ਰਿਹਾ ਹੈ। ਮੈਂ ਹਉਮੈ ਨੂੰ ਕਿਤਨਾ ਸਮਝ ਲਿਆ, ਹਉਮੈ ਮੈਨੂੰ ਵਰਤ ਰਹੀ ਹੈ ਕਿ ਮੈਂ ਹਉਮੈ ਨੂੰ ਵਰਤ ਰਿਹਾ ਹਾਂ। ਇਹ ਦੋ ਹੀ ਤਰੀਕੇ ਹਨ। ਆਸ਼ਿਕ ਹਉਮੈ ਨੂੰ ਵਰਤਦਾ ਹੈ ਔਰ ਵਪਾਰੀ ਨੂੰ ਹਉਮੈ ਵਰਤ ਲੈਂਦੀ ਹੈ। ਅਸੀਂ ਕਿਸ ਕੈਟੇਗਰੀ ਵਿੱਚ ਆਉਂਦੇ ਹਾਂ, ਸਾਨੂੰ ਆਪਣਾ ਜੀਵਨ ਆਪ ਸਮਝ ਲੈਣਾ ਚਾਹੀਦਾ ਹੈ। ਗੁਰੂ ਨਾਲ ਵੀ ਅਸੀਂ ਜਾ ਕੇ ਵਪਾਰ ਕਰਾਂਗੇ ਤਾਂ ਅਸੀਂ ਆਪਣੀ ਹਉਮੈ ਨੂੰ ਪ੍ਰਬਲ ਕਰ ਰਹੇ ਹਾਂ, ਉਹ ਸਾਨੂੰ ਵਰਤ ਰਹੀ ਹੈ। ਪਰ ਗੁਰੂ ਕੋਲ ਜਾ ਕੇ ਆਸ਼ਕੀ ਅਗਰ ਹੋ ਜਾਏ ਤਾਂ ਉਹ ਜੀਵਨ ਦੀ ਜਿੱਤ ਹੈ। ਮਹਾਰਾਜ ਅੱਜ ਸਾਨੂੰ ਇਹੀ ਸਮਝਾ ਰਹੇ ਹਨ। ਇਹ ਜਿਹੜੀ ਪੌੜੀ ਹੈ, ਇਹਦੇ ਵਿੱਚ ਪਹਿਲੇ 2 ਸ਼ਲੋਕ ਗੁਰੂ ਅੰਗਦ ਸਾਹਿਬ ਦੇ ਨੇ, ਔਰ ਜਿਹੜੀ ਪੌੜੀ ਹੈ ਇਹ ਉਹ ਪੌੜੀ ਹੈ ਜਿਸ ਨੂੰ ਸੁਣ ਕੇ ਗੁਰੂ ਅੰਗਦ ਸਾਹਿਬ ਦਾ ਜੀਵਨ ਬਦਲ ਗਿਆ। ਉਹ ਆਪਣੇ ਘਰ ਦੇ ਨੇੜੇ ਇੱਕ ਸਿੱਖ ਦੇ ਮੂੰਹ ਤੋਂ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਸੁਣਦੇ ਸਨ, ਔਰ ਇਹ ਸੁਣਦੇ ਹੀ ਉਹ ਮਹਾਰਾਜ ਦੇ ਵੱਲ ਟੁਰ ਪਏ। ਜਿਵੇਂ ਕੋਈ ਪੂਰਬਲੇ ਕਰਮ ਹੋਣ, ਜਿਵੇਂ ਕੋਈ ਪੁਰਾਣਾ ਅਧੂਰਾ ਕੰਮ ਰਹਿ ਗਿਆ ਹੋਏ, ਜਿਵੇਂ ਕੋਈ ਮਿਲਣ ਦੀ ਘੜੀ ਦੀ ਘੰਟੀ ਵੱਜ ਗਈ ਹੋਏ, ਜਿਵੇਂ ਪ੍ਰੇਮ ਜਾਗਿਆ ਹੋਏ, ਜਿਵੇਂ ਸਮਝ ਆ ਗਈ ਹੋਏ ਕਿ ਮੇਰਾ ਘਰ ਕਿੱਥੇ ਹੈ। ਬਸ ਉਸ ਤੋਂ ਬਾਅਦ ਇੱਕ ਆਸ਼ਕੀ ਹੋ ਗਈ। ਕੱਪੜੇ ਵੀ ਗੰਦੇ ਹੋਣ ਤਾਂ ਵੀ ਫਿਕਰ ਨਹੀਂ ਹੈ। ਗੁਰੂ ਬਾਰ-ਬਾਰ ਜਾਣ ਨੂੰ ਕਹੇ ਤਾਂ ਵੀ ਵਾਪਸ ਨਹੀਂ ਜਾਂਦੇ ਹਨ ਗੁਰੂ ਅੰਗਦ ਸਾਹਿਬ। ਉਹਨਾਂ ਤੋਂ ਬਿਨਾਂ ਰਹਿ ਨਹੀਂ ਪਾਉਂਦੇ। ਇੰਨੀ ਆਸ਼ਕੀ ਦਾ ਆਧਾਰ ਕੀ ਹੈ, ਫਾਊਂਡੇਸ਼ਨ ਕੀ ਹੈ? ਬੀਜ ਹਨ। ਜੀਵਨ ਦੇ ਜਿਹੜੇ ਮਨ ਵਿੱਚ ਬੀਜ ਬੋਏ ਹਨ ਉਹ ਦੱਸਦੇ ਹਨ ਕਿ ਮੈਂ ਜੀਵਨ ਨੂੰ ਜਾਣ ਲਿਆ ਹੈ ਔਰ ਜੀਵਨ ਦੇ ਸੱਤ ਨੂੰ ਮੈਂ ਪਾਲ ਰਿਹਾ ਹਾਂ। ਝੂਠ ਨੂੰ ਮੈਂ ਤਿਆਗਣਾ ਚਾਹੁੰਦਾ ਹਾਂ। ਮੈਨੂੰ ਤਿਆਗਣ ਦਾ ਬਲ ਨਹੀਂ ਹੈ, ਪਰ ਮੈਂ ਤਿਆਗਣਾ ਚਾਹੁੰਦਾ ਹਾਂ। ਮੈਂ ਗੁਰੂ ਨੂੰ ਲੱਭ ਰਿਹਾ ਹਾਂ ਕਿ ਗੁਰੂ ਮੈਨੂੰ ਮਿਲ ਜਾਏ ਔਰ ਮੈਂ ਜੀਵਨ ਨੂੰ ਬਦਲ ਦਿਆਂ। ਕਿੱਥੇ ਹੈ ਉਹ ਜੀਵਨ ਜਿਹੜਾ ਸਦਾ ਵਿਕਾਸ ਵੱਲ ਮੈਨੂੰ ਲਿਜਾਂਦਾ ਹੈ? ਕਿੱਥੇ ਹੈ ਉਹ ਸਿੱਖ ਜਿਹੜਾ ਗੁਰੂ ਦੀ ਆਸੀਸ ਲੈਂਦਾ ਹੈ? ਕਿੱਥੇ ਹਨ ਉਹ ਲੋਕ ਜਿਹੜੇ ਸੱਤ ਦੇ ਵਪਾਰੀ ਹਨ? ਕਿੱਥੇ ਹਨ ਉਹ ਆਸ਼ਿਕ ਜਿਹੜਾ ਸਭ ਕੁਝ ਗਵਾ ਕੇ ਸਭ ਕੁਝ ਜਿੱਤ ਲੈਂਦੇ ਹਨ? ਇਹੀ ਤਾਂ ਸਿੱਖ ਦੀ ਪਾਲ ਹੈ। ਧੰਨ ਗੁਰੂ ਅੰਗਦ ਸਾਹਿਬ ਹਨ। ਧੰਨ ਉਹ ਗੁਰੂਆਂ ਦਾ ਮਿਲਣ ਹੈ ਜਿਹਦੇ ਵਿੱਚ ਸੱਚੇ ਆਸ਼ਿਕ ਔਰ ਸੱਚੀ ਆਸ਼ਕੀ ਹੋਈ ਹੈ। ਪਹਿਲੇ ਦਿਨ ਜਦੋਂ ਗੁਰੂ ਅੰਗਦ ਸਾਹਿਬ ਕਰਤਾਰਪੁਰ ਪਹੁੰਚਦੇ ਹਨ ਤਾਂ ਘੋੜੇ 'ਤੇ ਸਵਾਰ ਹੋਏ ਬਾਹਰ ਖੜ੍ਹੇ ਹਨ ਔਰ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਲੈਣ ਆਉਂਦੇ ਹਨ। ਔਰ ਉਹ ਸਿਆਣਦੇ ਨਹੀਂ ਕਿ ਗੁਰੂ ਲੈਣ ਆਇਆ ਹੈ, ਕਿਉਂਕਿ ਗੁਰੂ ਬੜਾ ਸਾਦਾ ਹੈ। ਉਹ ਤਾਂ ਖੇਤੀ ਕਰਦਾ ਹੈ ਸਾਰਾ ਦਿਨ। ਉਹ ਕਦੇ ਕਹਿੰਦਾ ਵੀ ਨਹੀਂ ਕਿ ਮੈਂ ਗੁਰੂ ਹਾਂ। ਔਰ ਗੁਰੂ ਨਾਨਕ ਸਾਹਿਬ ਉਹਨਾਂ ਦੇ ਘੋੜੇ ਨੂੰ ਪਕੜ ਕੇ, ਉਹਦੀ ਲਗਾਮ ਪਕੜ ਕੇ ਆਪ ਉਹਨਾਂ ਨੂੰ ਅੰਦਰ ਲੈ ਕੇ ਆਉਂਦੇ ਹਨ। ਇਹ ਆਸ਼ਕੀ ਹੈ। ਇਹੋ ਲੱਗਦਾ ਹੈ ਜਿਵੇਂ ਗੁਰੂ ਨੂੰ ਪਹਿਲੇ ਹੀ ਸਮਝ ਹੈ ਕਿ ਮੇਰਾ ਆਸ਼ਿਕ ਆ ਗਿਆ ਹੈ। ਉਹ ਵੀ ਉਸੇ ਨੂੰ ਭਾਲ ਰਹੇ ਹਨ ਜਿਹੜਾ ਸੱਚ ਦਾ ਵਪਾਰੀ ਹੈ। 2 ਚੀਜ਼ਾਂ ਦੁਨੀਆ ਵਿੱਚ ਬਹੁਤ ਘੱਟ ਮਿਲਦੀਆਂ ਹਨ, ਸੱਚ ਨੂੰ ਮੰਗਣ ਵਾਲਾ ਔਰ ਸੱਚ ਨੂੰ ਦੇਣ ਦੀ ਸ਼ਮਤਾ ਰੱਖਣ ਵਾਲਾ। ਜਿੱਥੇ ਇਹ ਮਿਲ ਜਾਣ ਉੱਥੇ ਅਸਲ ਆਸ਼ਕੀ ਘਟਦੀ ਹੈ ਮਹਾਰਾਜ। ਅੱਜ ਇੱਕ ਆਸ਼ਕੀ ਦੀ ਗੱਲ ਗੁਰੂ ਅੰਗਦ ਸਾਹਿਬ ਸਾਨੂੰ ਸਮਝਾਉਣਗੇ। ਅਸੀਂ ਕਈ ਆਸ਼ਕਾਂ ਦੀ ਗੱਲ ਸੁਣੀ ਹੈ, ਲੈਲਾ ਮਜਨੂ, ਸੱਸੀ ਪੁੰਨੂ, ਹੀਰ ਰਾਂਝਾ। ਇਹ ਸਭ ਆਸ਼ਿਕ ਹਨ ਔਰ ਉੱਤਮ ਆਸ਼ਿਕ ਹਨ, ਕਿਉਂਕਿ ਇਹਨਾਂ ਨੇ ਜਿੰਦੇ ਜੀ ਉਹ ਆਸ਼ਕੀ ਕਰ ਲਈ ਜਿਹੜੀ ਸਰੀਰ ਔਰ ਮੌਤ ਤੋਂ ਪਰੇ ਲੈ ਗਈ ਇਹਨਾਂ ਨੂੰ। ਕੰਡੀਸ਼ਨਸ ਪ੍ਰੇਮ ਦੀਆਂ ਜਿਤਨੀਆਂ ਘੱਟ ਹੋਣਗੀਆਂ ਉਤਨਾ ਪ੍ਰੇਮ ਪੂਰਨ ਹੋਏਗਾ। ਪਰ ਅਸੀਂ ਕੰਡੀਸ਼ਨਸ ਤੋਂ ਬਿਨਾਂ ਦਾ ਪ੍ਰੇਮ ਜਾਣਦੇ ਨਹੀਂ ਹਾਂ। ਅਸੀਂ ਤਾਂ ਪ੍ਰੇਮ ਜਾਣਦੇ ਹਾਂ ਜਿਹੜਾ ਕੁਝ ਕੰਡੀਸ਼ਨਸ ਨਾਲ ਹੈ। ਉਹਦੇ ਵਿੱਚ ਸਰੀਰ ਹੈ, ਆਈਡੈਂਟੀਟੀ ਹੈ, ਨੇਚਰ ਹੈ, ਸਾਰੀ ਚੀਜ਼ਾਂ ਵਿੱਚ ਆ ਜਾਂਦੀਆਂ ਹਨ। ਪਰ ਗੁਰੂ ਉਸ ਪ੍ਰੇਮ ਨੂੰ ਜਾਣਦਾ ਹੈ ਔਰ ਸਮਝਦਾ ਹੈ ਔਰ ਜੀਂਦਾ ਹੈ, ਜਿਹਦੇ 'ਚ ਕੋਈ ਕੰਡੀਸ਼ਨਸ ਨਹੀਂ ਹਨ, ਜੋ ਹਰ ਜਗ੍ਹਾ ਵਿਆਪਕ ਹੈ। ਅਨੁਰਾਗ ਫੈਲਿਆ ਹੋਇਆ ਹਰ ਜਗ੍ਹਾ।
ਗੁਰੂ ਕਹਿੰਦਾ ਹੈ ਕਿ ਇਹ ਪ੍ਰੇਮ ਤਾਂ ਆਧਾਰ ਹੈ ਸਾਰੀ ਸ੍ਰਿਸ਼ਟੀ ਦਾ। ਜਦ ਅਸੀਂ ਇਸ ਪ੍ਰੇਮ ਨੂੰ ਜਾਣ ਲੈਂਦੇ ਹਾਂ ਤਾਂ ਉਸ ਨਿਰੰਕਾਰ ਨਾਲ ਜੁੜ ਜਾਂਦੇ ਹਾਂ ਜੋ ਹਰ ਜਗ੍ਹਾ ਜਿੰਦਾ ਹੈ, ਜਿਸ ਨੂੰ ਗੋਡ ਕਹਿੰਦਾ ਹੈ, ਕੋਈ ਨਿਰੰਕਾਰ ਕਹਿੰਦੇ ਹਾਂ, ਜਿਸ ਨੂੰ ਅੱਲਾ ਕਹਿੰਦੇ ਹਾਂ, ਜੋ ਵੀ ਨਾਮ ਦੇ ਦਈਏ। ਇਹ ਪ੍ਰੇਮ ਦਾ ਕੱਟਣਾ ਹੈ ਜੋ ਆਸ਼ਿਕ ਦੇ ਮਨ ਵਿੱਚ ਕੱਟਦਾ ਹੈ। ਮੈਂ ਆਪਣੇ ਹਉਮੈ ਰੂਪੀ ਮਨ ਨੂੰ ਛੱਡ ਕੇ ਉਸ ਮਨ ਵਿੱਚ ਚਲਾ ਜਾਂਦਾ ਹਾਂ ਜਿੱਥੇ ਮੈਂ ਨਹੀਂ ਹਾਂ, ਔਰ ਆਸ਼ਕੀ ਹੈ, ਪ੍ਰੇਮ ਹੈ। ਮਹਾਰਾਜ ਦੀ ਪਹਿਲੀ ਪੰਕਤੀ, ਸ਼ਲੋਕ ਮਹਿਲਾ ਦੂਜਾ। ਇਹ ਕਨੇਹੀ ਆਸ਼ਕੀ ਦੂਜੇ ਲੱਗੇ ਜਾਏ। ਮਹਾਰਾਜ ਕਹਿੰਦੇ ਹਨ ਕਿ ਇਹ ਕਿਹੋ ਜਿਹੀ ਆਸ਼ਕੀ ਹੈ ਜਿਹਦੇ ਵਿੱਚ ਦੂਸਰਾ ਹਾਜ਼ਰ ਹੈ। ਦੂਸਰੇ ਦਾ ਮਤਲਬ ਕੀ ਹੈ ਮਹਾਰਾਜ? ਜੀਵਨ ਦੇ ਵਿੱਚ ਇੱਕ ਹੋਣਾ, ਇਕਾਗਰ ਹੋਣਾ, ਇੱਕ ਮਨ ਹੋਣਾ, ਜੀਵਨ ਦੇ ਸੱਤ ਨੂੰ ਜਾਣ ਲੈਣਾ ਹੈ। ਅਸੀਂ ਬਹੁਤ ਤਰ੍ਹਾਂ ਦੇ ਵਿਚਾਰ ਜਾਣ ਸਕਦੇ ਹਾਂ, ਬਹੁਤ ਡੂੰਘੀ ਵਿਚਾਰ ਦੇ ਅਸੀਂ ਸ਼ਮਤਾ ਰੱਖ ਸਕਦੇ ਹਾਂ, ਅਸੀਂ ਬਹੁਤ ਸਾਰਾ ਗਿਆਨ ਸਮੇਟ ਸਕਦੇ ਹਾਂ, ਪਰ ਅਗਰ ਅਸੀਂ ਇਕਾਗਰ ਮਨ ਦੀ ਅਵਸਥਾ ਨੂੰ ਨਹੀਂ ਜਾਣਦੇ ਤਾਂ ਉੱਥੇ ਇੱਕ ਦੇ ਦਰਸ਼ਨ ਨਹੀਂ ਹਨ। ਹਮੇਸ਼ਾ ਦੁਐਤ ਵਿੱਚ ਹੀ ਘੁੰਮਾਂਗੇ। ਦੁਐਤ ਵਿੱਚ ਕੀ ਕੁਝ ਹੈ? ਦੁਐਤ ਵਿੱਚ ਸੁੱਖ ਹੈ ਜਿਹਦੇ ਵਿੱਚ ਨਾਲ ਦੁੱਖ ਰਹਿੰਦਾ ਹੈ। ਦੁਐਤ ਵਿੱਚ ਮਾਣ ਹੈ ਜਿਹਦੇ ਨਾਲ ਅਪਮਾਨ ਰਹਿੰਦਾ ਹੈ। ਦੁਐਤ ਵਿੱਚ ਜਿੱਤ ਹੈ ਜਿਹਦੇ ਨਾਲ ਹਾਰ ਰਹਿੰਦੀ ਹੈ। ਦੁਐਤ ਵਿੱਚ ਦਰਦ ਹੈ ਜਿਹਦੇ ਨਾਲ ਪ੍ਰੇਮ ਰਹਿੰਦਾ ਹੈ। ਇੱਥੇ ਕੁਝ ਵੀ ਐਬਸੋਲੂਟ ਨਹੀਂ ਹੈ, ਔਰ ਉਸ ਦੁਐਤ ਦੇ ਮਨ ਨੂੰ ਹੀ ਅਸੀਂ ਆਪਣਾ ਘਰ ਬਣਾਇਆ ਹੋਇਆ ਹੈ। ਸਾਡੇ ਕੋਲ ਉਹ ਘਰ ਹੀ ਨਹੀਂ ਹੈ ਜਿੱਥੇ ਇੱਕ ਹੈ, ਦੂਜਾ ਨਹੀਂ ਹੈ। ਕਿਵੇਂ ਮਿਲੇਗਾ? ਕਿਵੇਂ ਅਸੀਂ ਉਸ ਇਕਾਗਰ ਮਨ ਵੱਲ ਜਾ ਸਕਾਂਗੇ? ਕਿਵੇਂ ਅਸੀਂ ਉਸ ਤਰ੍ਹਾਂ ਦਾ ਜੀਵਨ ਜੀਏ ਕਿ ਇਸ ਦੋ ਚਿੱਤੇ ਮਨ ਨੂੰ ਛੱਡ ਕੇ ਉਸ ਇੱਕ ਮਨ ਵਿੱਚ ਚਲੇ ਜਾਈਏ, ਜਿਸ ਵਿੱਚ ਦਰਸ਼ਨ ਗੁਰੂ ਅਰਜਨ ਸਾਹਿਬ ਸਾਨੂੰ ਕਰਾਉਂਦੇ ਹਨ। ਇਕਾਗਰ ਚਿੱਤ, ਉਸ ਇੱਕ ਚਿੱਤ ਨੂੰ ਕਿਵੇਂ ਜਾਣ ਲਵਾਂਗੇ? ਕਿਉਂਕਿ ਉਸ ਇੱਕ ਚਿੱਤ ਵਿੱਚ ਹੀ ਨਿਰੰਕਾਰ ਵਸਦਾ ਹੈ ਸਾਡੇ ਨਾਲ। ਉਸ ਇੱਕ ਚਿੱਤ ਵਿੱਚ ਹੀ ਪ੍ਰੇਮ ਹੈ, ਉਸ ਇੱਕ ਚਿੱਤ ਵਿੱਚ ਹੀ ਆਨੰਦ ਹੈ। ਜਦ ਤੱਕ ਸਾਡੇ ਕੋਲ ਇਕਾਗਰ ਮਨ ਦੀ ਬਿਰਤੀ ਔਰ ਵਿਧੀ ਨਹੀਂ ਹੈ, ਤਦ ਤੱਕ ਅਸੀਂ ਨਦਰ ਨੂੰ ਵੀ ਨਹੀਂ ਸੰਭਾਲ ਪਾਵਾਂਗੇ। ਮਹਾਰਾਜ, ਇਕਾਗਰ ਮਨ ਕਿਵੇਂ ਹੁੰਦਾ ਹੈ? ਬਹੁਤ ਵੱਡਾ ਸਬਜੈਕਟ ਹੈ, ਪਰ ਇਹਦੇ ਵਿੱਚ ਗੁਰੂ ਔਰ ਸਿੱਖ ਦਾ ਰਿਲੇਸ਼ਨਸ਼ਿਪ ਵੀ ਛਿਪਿਆ ਹੋਇਆ ਹੈ। ਜਦੋਂ ਗੁਰੂ ਭਾਈ ਲਹਿਣਾ ਨੂੰ ਕਹਿੰਦੇ ਹਨ ਮੁਰਦਾ ਖਾ, ਸਾਨੂੰ ਨਹੀਂ ਸਮਝ ਆਉਂਦਾ ਗੁਰੂ ਕਰ ਕੀ ਰਹੇ ਹਨ। ਗੁਰੂ ਭਾਈ ਲਹਿਣਾ ਨੂੰ ਇਕਾਗਰ ਮਨ ਦੇ ਵਿੱਚ ਹਜ਼ੂਰੀ ਦੇ ਵਿੱਚ ਪ੍ਰਬਲ ਕਰ ਰਹੇ ਹਨ, ਦੁਐਤ ਨੂੰ ਛੱਡਣ ਲਈ ਤਿਆਰ ਕਰ ਰਹੇ ਹਨ, ਜਾਂ ਸ਼ਾਇਦ ਉਹ ਪਹਿਲੇ ਹੀ ਤਿਆਰ ਹਨ, ਸਿਰਫ ਟੈਸਟ ਕਰ ਰਹੇ ਹਨ। ਕਿਉਂਕਿ ਜਦ ਤੱਕ ਮੈਂ ਆਪਣਾ ਦੋ ਚਿੱਤਾ ਮਨ ਨਹੀਂ ਛੱਡਾਂਗਾ, ਇਕਾਗਰ ਮਨ ਮੇਰੇ ਸਾਹਮਣੇ ਨਹੀਂ ਆਏਗਾ। ਔਰ ਜਦ ਇਹੋ ਜਿਹੀ ਗੱਲ ਕੋਈ ਮੇਰੇ ਸਾਹਮਣੇ ਕਰੇਗਾ ਤਾਂ ਮੈਨੂੰ ਜਾਂ ਤਾਂ ਦੋ ਚਿੱਤਾ ਮਨ ਛੱਡਣਾ ਪਏਗਾ, ਜਾਂ ਮੈਂ ਉਸ ਮੈਦਾਨ ਨੂੰ ਛੱਡ ਕੇ ਹੀ ਚਲਾ ਜਾਵਾਂਗਾ, ਜਾਂ ਤਾਂ ਮੈਂ ਉਸ ਮੁਰਦੇ ਖਾਣ ਤੋਂ ਇਹ ਸਮਝ ਲਵਾਂਗਾ ਕਿ ਗੁਰੂ ਮਾੜਾ ਹੈ, ਮੈਂ ਨਿਕਲਾਂ ਇੱਥੋਂ, ਜਾਂ ਫਿਰ ਮੈਂ ਉਸ ਮਨ ਦੇ ਵਿੱਚ ਜਾ ਸਕਾਂਗਾ ਜਿੱਥੇ ਭਾਈ ਲਹਿਣਾ ਗਏ ਔਰ ਗੁਰੂ ਅੰਗਦ ਬਣ ਗਏ। ਇਹ ਖੇਤ ਤੇ ਬੜਾ ਲੰਬਾ ਤਿਆਰ ਹੁੰਦਾ ਹੈ। ਇਉਂ ਲੱਗਦਾ ਹੈ ਜਿਵੇਂ ਕੁਝ ਚਿਰ ਤੋਂ ਹੀ ਤਿਆਰੀ ਚੱਲਦੀ ਹੋਏ ਮਨ ਦੀ, ਜਾਂ ਇਕਾਗਰ ਮਨ ਹਾਜ਼ਰ ਹੋਏ ਪਹਿਲਾਂ ਹੀ। ਇਹ ਵੀ ਹੁੰਦਾ ਹੈ। ਗੁਰੂ ਅੰਗਦ ਸਾਹਿਬ ਦੀ ਇਹ ਜਿਹੜੀ ਪੰਕਤੀ ਹੈ, ਕਾਹਦੀ ਆਸ਼ਕੀ ਹੈ ਭਾਈ ਜੇ ਦੂਜਾ ਵਸਦਾ ਹੈ ਨਾਲ ਤੁਹਾਡੇ। ਅਸੀਂ ਸਾਰੇ ਗ੍ਰਸਤੀ ਲੋਕ ਹਾਂ, ਜਾਂ ਆਸ਼ਕੀ ਵੀ ਕਦੇ ਕੀਤੀ ਹੋਏਗੀ। ਅਗਰ ਕਿਤੇ ਸਾਡੇ ਸਪਾਊਸ ਨੂੰ ਇਹ ਲੱਗੇ ਕਿ ਸਾਡੀ ਨਿਗਾਹ ਕਿਧਰੇ ਹੋਰ ਹੈ ਤਾਂ ਉਹ ਕੀ ਮਹਿਸੂਸ ਕਰੇਗੀ? ਇਹ ਉਹੀ ਗੱਲ ਕੁਝ ਹੈ। ਜਦ ਕਮਿਟਮੈਂਟ ਪੂਰੀ ਹੁੰਦੀ ਹੈ ਤਾਂ ਦੂਸਰਾ ਨਹੀਂ ਰਹਿੰਦਾ ਉਹਦੇ ਵਿੱਚ, ਦੂਸਰੇ ਦੀ ਕੋਈ ਨਿਗਾਹ ਹੀ ਨਹੀਂ ਹੈ, ਦੂਸਰੇ ਦੀ ਕੋਈ ਜਗ੍ਹਾ ਹੀ ਨਹੀਂ ਹੈ। ਔਰ ਇਸ ਤੋਂ ਇੱਕ ਭਾਵ ਸਮਝਣਾ ਚਾਹੀਦਾ ਹੈ ਕਿ ਗ੍ਰਸਤ ਜੀਵਨ ਵਿੱਚ ਵੀ ਅਗਰ ਪੂਰੀ ਤਰ੍ਹਾਂ ਕੋਈ ਜੀ ਲਵੇ ਇਕਾਗਰ ਮਨ ਵਿੱਚ, ਤਾਂ ਪੋਸੀਬਿਲਿਟੀ ਹੈ ਕਿ ਉਹ ਗ੍ਰਸਤ ਜੀਵਨ ਹੀ ਉਸ ਨੂੰ ਦਰਸ਼ਨ ਕਰਾ ਦੇਗਾ ਸਤ ਦੇ। ਬੜਾ ਔਖਾ ਹੈ ਪਰ ਮਨ ਨੂੰ ਛੱਡਣਾ, ਬੜਾ ਔਖਾ ਹੈ ਡਾਊਟ ਨੂੰ ਛੱਡਣਾ, ਬੜਾ ਔਖਾ ਹੈ
ਵਿਚਾਰ ਛੱਡ ਦੇਣੇ ਔਰ ਉਸ ਜਗ੍ਹਾ ਪੈਰ ਰੱਖ ਦੇਣਾ ਜਿੱਥੇ ਮਨ ਨਿਰਵਿਚਾਰ ਹੈ। ਬਿਲਕੁਲ ਮੈਂ ਆਪ ਨਾਲ ਇਹੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਇੱਕ ਉੱਥੇ ਹੀ ਵਸਦਾ ਹੈ ਜਿੱਥੇ ਮਨ ਨਿਰਵਿਚਾਰ ਅਵਸਥਾ ਵਿੱਚ ਹੈ, ਜਿੱਥੇ ਕੋਈ ਵਿਚਾਰ ਨਹੀਂ ਹੈ ਮੇਰੇ ਮਨ ਵਿੱਚ। ਔਰ ਇਸ ਨੂੰ ਤਿਆਰ ਕਰਨ ਦੀ ਵਿਧੀ ਰੈਸਟ ਕਰਦੀ ਹੈ ਸ਼ਬਦ ਦੇ ਨਾਲ ਹਜ਼ੂਰੀ ਵਿੱਚ, ਸ਼ਬਦ ਦੇ ਗਿਆਨ ਵਿੱਚ, ਸ਼ਬਦ ਦੇ ਧਿਆਨ ਦੇ ਵਿੱਚ। ਕਿਸੇ ਵੀ ਇੱਕ ਚੀਜ਼ ਦਾ ਧਿਆਨ ਮੈਂ ਪੂਰੀ ਤਰ੍ਹਾਂ ਕਰ ਲਵਾਂ, ਮੈਨੂੰ ਦੂਜੇ ਦਾ ਧਿਆਨ ਹਟ ਜਾਏਗਾ। ਕਈ ਵਾਰ ਸਾਡੇ ਨਾਲ ਕੋਈ ਗੱਲ ਕਰਦਾ ਹੈ ਤੇ ਉਹ ਕਹਿੰਦੇ ਹਨ ਸਾਨੂੰ, ਤੁਸੀਂ ਮੇਰੀ ਗੱਲ ਨਹੀਂ ਸੁਣੀ, ਮੈਂ ਇਹ ਕਹਿ ਰਿਹਾ ਸੀ। ਤੇ ਮੈਂ ਕਹਿੰਦਾ ਹਾਂ ਸੌਰੀ, ਮੇਰਾ ਧਿਆਨ ਕਿਧਰੇ ਹੋਰ ਸੀ। ਤਾਂ ਮੇਰਾ ਧਿਆਨ ਕਿਧਰੇ ਹੋਰ ਸੀ। ਇਹ ਇਕਾਗਰ ਮਨ ਅਗਰ ਮੇਰਾ ਕਿਧਰੇ ਹੈ ਤਾਂ ਬਾਕੀ ਸਭ ਕੁਝ ਧਿਆਨ ਚੋਂ ਹਟ ਜਾਂਦਾ ਹੈ। ਮੇਰਾ ਧਿਆਨ ਕਿੱਥੇ ਹੈ ਔਰ ਧਿਆਨ ਮੇਰੇ ਕੋਲ ਹੈ ਕਿ ਨਹੀਂ, ਜਿਸ ਗੱਲ ਨੂੰ ਗੁਰੂ ਨਾਨਕ ਸਾਹਿਬ ਵੀ ਜਪਜੀ ਸਾਹਿਬ ਵਿੱਚ ਸਮਝਾਉਂਦੇ ਹਨ, ਧਿਆਨ ਕੀ ਕਰੇ ਵਿਭੂਤ। ਉਸ ਧਿਆਨ ਵਿੱਚ ਇੱਕ ਮਨ ਹੈ, ਦੋ ਚਿੱਤਾ ਮਨ ਨਹੀਂ ਹੈ। ਔਰ ਉਹ ਹੁਣ ਸੇਜ ਤਿਆਰ ਹੋ ਗਈ ਇੱਕ ਮਨ ਵਿੱਚ ਗੁਰੂ ਦੀ ਹਜ਼ੂਰੀ ਦੀ। ਇੱਥੇ ਹੁਣ ਦੋ ਗੱਲਾਂ ਹਨ। ਇੱਕ ਮਨ ਗਾਰੰਟੀ ਨਹੀਂ ਕਰਦਾ ਕਿ ਸਾਨੂੰ ਸੱਤ ਦੇ ਦਰਸ਼ਨ ਹੋਣ, ਉਹਦੇ ਨਾਲ ਸਾਨੂੰ ਸ਼ੁੱਧ ਮਨ ਵੀ ਚਾਹੀਦਾ ਹੈ। ਸਾਈਕੋਪੈਥਿਕ ਸਾਈਕੋਲੋਜੀਕਲ ਟਰਮ ਹੈ ਸਾਈਕੋਲੋਜੀ ਦੀ। ਉਹਦੇ ਵਿੱਚ ਉਹ ਕਹਿੰਦਾ ਹੈ ਕਿ ਇਹ ਸਾਈਕੋਪੈਥ ਕਿਸੇ ਰਿਲੇਸ਼ਨਸ਼ਿਪ ਨਾਲ ਬਣਿਆ ਹੋਇਆ ਨਹੀਂ ਹੈ, ਇਹਦਾ ਮਨ ਕਨੈਕਟਡ ਹੀ ਨਹੀਂ ਹੈ ਕਿਸੇ ਜਗ੍ਹਾ ਨਾਲ, ਇਸ ਕਰਕੇ ਬਹੁਤ ਡੇਂਜਰਸ ਆਦਮੀ ਹੈ। ਈਵਲ ਸਮਝ ਲਈਏ ਤਾਂ ਅਗਰ ਅਸ਼ੁੱਧ ਮਨ ਹੋਏਗਾ ਔਰ ਉਹਦੇ ਨਾਲ ਅਸੀਂ ਇਕਾਗਰ ਹੋਵਾਂਗੇ ਤੇ ਉਹ ਅਸ਼ੁੱਧੀ ਸਾਡੇ ਜੀਵਨ ਨੂੰ ਡਿਫਾਈਨ ਕਰੇਗੀ। ਜਿਹੜਾ ਮਹਾਰਾਜ ਸਾਨੂੰ ਪਿਛਲੀ ਪੌੜੀਆਂ ਵਿੱਚ ਸਮਝਾ ਚੁੱਕੇ ਹਨ ਕਿ ਮਨ ਦੀ ਸ਼ੁੱਧੀ ਕੀ ਹੈ ਔਰ ਅਸੀਂ ਕਿਹਨਾਂ ਚੀਜ਼ਾਂ ਨੂੰ ਸ਼ੁੱਧੀ ਸਮਝ ਰਹੇ ਹਾਂ, ਸਰੀਰਕ ਹੈ ਜਾਂ ਸੂਤਕ ਪਾਤਕ ਹੈ। ਤਾਂ ਦੋ ਗੱਲਾਂ ਇੱਥੇ ਬੜੀ ਜ਼ਰੂਰੀ ਸਮਝਣ ਵਾਲੀਆਂ ਨੇ ਕਿ ਜੀਵਨ ਦੇ ਵਿੱਚ ਮਨ ਨੂੰ ਨਿਰਮਲ ਕਰ ਦੇਣਾ ਔਰ ਦੂਸਰਾ ਮਨ ਨੂੰ ਇਕਾਗਰ ਕਰ ਦੇਣਾ। ਇਹ ਗੁਰੂ ਦੇ ਮਿਲਣ ਦੀ ਬੁਨਿਆਦ ਹੈ, ਫਾਊਂਡੇਸ਼ਨ ਹੈ, ਜੀਵਨ ਨੂੰ ਜਿੱਤਣ ਦੀ ਫਾਊਂਡੇਸ਼ਨ ਹੈ। ਫਿਜ਼ੀਕਲ ਲਾਈਫ ਦੇ ਬਿਯੋਂਡ ਜਾਣ ਦੇ ਇਹ ਤਰੀਕੇ ਹਨ। ਇਹ ਪੌੜੀ ਹੈ ਜਿਸ ਤੇ ਚੜ੍ਹ ਕੇ ਅਸੀਂ ਇੱਕ ਚਿੱਤ ਹੋ ਸਕਦੇ ਹਾਂ ਔਰ ਜੀਵਨ ਨੂੰ ਟ੍ਰਾਂਸੈਂਡ ਕਰ ਸਕਦੇ ਹਾਂ। ਗੁਰੂ ਨਾਲ ਮਿਲਣ ਹੋ ਸਕਦਾ ਹੈ ਔਰ ਉਹ ਗੁਰੂ ਦਾ ਮਿਲਣ ਸਾਨੂੰ ਵਿਕਾਸ ਵਿੱਚ ਔਰ ਆਨੰਦ ਵਿੱਚ ਔਰ ਸਦਾ ਦੇ ਜੀਵਨ ਵਿੱਚ ਲਿਜਾਂਦਾ ਹੈ। ਉਸ ਨੂੰ ਅਸੀਂ ਕਹਿ ਸਕਦੇ ਹਾਂ ਕਾਲ ਰਹਿਤ ਜੀਵਨ, ਜਿੱਥੇ ਕੋਈ ਮੌਤ ਨਹੀਂ ਹੈ। ਜੋ ਇਸ ਪੌੜੀ ਵਿੱਚ ਵੀ ਮਹਾਰਾਜ ਸਮਝਾਣਗੇ, ਸਦ ਹੀ ਰਹੇ ਸਮਾਏ, ਔਰ ਜਲਦੀ ਹੀ ਸਮਝਾਣਗੇ ਅਗਲੀ ਹੀ ਪੰਕਤੀ ਵਿੱਚ। ਇਸ ਪੰਕਤੀ ਵਿੱਚ ਗੁਰੂ ਕਹਿ ਰਹੇ ਹਨ, ਇਹ ਕਿ ਨਹੀਂ ਆਸ਼ਕੀ ਦੂਜੇ ਲੱਗੇ ਜਾਏ। ਇਹ ਕਾਹਦੀ ਆਸ਼ਕੀ ਹੈ? ਜੇ ਦੂਸਰਾ ਉਹਦੇ ਵਿੱਚ ਹਜ਼ੂਰੀ 'ਚ ਹੈ, ਜੇ ਦੂਸਰਾ ਹਜ਼ੂਰੀ 'ਚ ਹੈ ਤੇ ਮਨ ਦੁਵੈਤ ਵਿੱਚ ਹੈ, ਡਿਵਾਈਡਡ ਹੈ, એનર્ਜੀ ਫੋਕਸਡ ਨਹੀਂ ਹੈ, એનર્ਜੀ ਡਿਵਾਈਡਡ ਹੈ, ਮਨ ਡਿਵਾਈਡਡ ਹੈ ਔਰ ਮਨ ਨੂੰ ਗੇਰਨ ਦੀ ਵਿਧੀ ਵੀ ਨਹੀਂ ਹੈ। ਕਿਵੇਂ ਗੇਰਾਂਗਾ? ਵਿਚਾਰ ਵਿੱਚ ਰਵਾਂਗਾ ਤਾਂ ਕਿਵੇਂ ਗੇਰਾਂਗਾ? ਤਾਂ ਗੁਰੂ ਕਹਿੰਦਾ ਹਨ ਮੁਰਦਾ ਖਾ ਲੈ, ਜਾਂ ਤਾਂ ਵਿਚਾਰ ਗਿਰਨੇ ਪੈਣਗੇ ਔਰ ਗੁਰੂ ਦੇ ਹੁਕਮ ਨੂੰ ਅਪਣਾਉਣਾ ਪਏਗਾ। ਜਦ ਗੁਰੂ ਦੇ ਹੁਕਮ ਨੂੰ ਮੈਂ ਅਪਣਾਉਂਦਾ ਹਾਂ ਇੱਕ ਚਿੱਤ ਨਾਲ ਤਾਂ ਦਰਵਾਜ਼ਾ ਖੁੱਲ੍ਹ ਜਾਂਦਾ ਹੈ ਪ੍ਰੇਮ ਦਾ। ਮਹਾਰਾਜ ਫਿਰ ਇਹ ਦੱਸਦੇ ਹਨ ਸਾਨੂੰ ਕਿ ਆਸ਼ਿਕ ਜਿਹੜਾ ਹੈ ਉਹ ਉਹੀ ਹੈ ਜਿਸ ਕੋਲ ਇੱਕ ਦੇ ਦਰਸ਼ਨ ਹਨ ਔਰ ਦੂਸਰਾ ਨਹੀਂ ਹੈ ਜਿਹਦੇ ਜੀਵਨ ਵਿੱਚ। ਸਾਈਕੋਲੋਜੀ ਸਾਨੂੰ ਸਮਝਾਉਂਦੀ ਹੈ ਕਿ ਮਨ ਵਿੱਚ ਅਸੀਂ ਇੱਕ ਇੱਕ ਚੀਜ਼ ਦਾ ਧਿਆਨ ਕਰਦੇ ਚੱਲਦੇ ਹਾਂ। ਜਦੋਂ ਅਸੀਂ ਮਲਟੀ ਟਾਸਕਿੰਗ ਵੀ ਕਰ ਰਹੇ ਹਾਂ ਤਾਂ ਇੱਕ ਚੀਜ਼ ਦਾ ਧਿਆਨ ਇੱਕ ਵੇਲੇ ਕਰ ਰਹੇ ਹਾਂ। ਤਾਂ ਦਰਅਸਲ ਤਾਂ ਮਨ ਇਕਾਗਰ ਹੀ ਹੈ ਪਰ ਉਹ ਕੌਨਸ਼ੀਅਸ ਲੈਵਲ ਤੇ ਨਹੀਂ ਹੈ, ਡਿਵਾਈਡਡ ਹੈ ਮਨ। ਉਸ ਮਨ ਵਿੱਚ ਇੱਕ ਕੌਨਫਲਿਕਟ ਹੈ ਇੰਟਰਨਲ, ਜਿਹੜਾ ਉਸ ਦੀ ਹਉਮੈ ਨੂੰ ਕਾਇਮ ਰੱਖਦਾ ਹੈ ਔਰ ਹਉਮੈ ਨਾਲ ਹੀ ਜੀਵਨ ਦਾ ਇੱਕ ਹੁਕਮ ਬਣਿਆ ਹੈ ਜਿਸ ਨਾਲ ਜੀਵਨ ਚੱਲ ਰਿਹਾ ਹੈ। ਮੈਂ ਆਈਡੈਂਟੀਟੀ ਵਿੱਚ ਆ ਕੇ ਜੀਵਨ ਜੀਂਦਾ ਹਾਂ ਔਰ ਜੀਵਨ ਨੂੰ ਜੀਂਦੇ ਹੋਏ ਮੈਂ ਜੀਵਨ ਦੇ ਵਿੱਚ ਵਿਸਰ ਕਰਦਾ ਹਾਂ। ਉਹ ਤਾਂ ਇੱਕ ਵਿਧੀ ਹੈ ਟੂ ਲਿਵ ਦ ਫਿਜ਼ੀਕਲ ਲਾਈਫ। ਹਉਮੈ ਦੇ ਬਿਨਾਂ ਫਿਜ਼ੀਕਲ ਲਾਈਫ ਪੋਸੀਬਲ ਨਹੀਂ ਹੈ, ਪਰ ਹਉਮੈ ਨੂੰ ਛੱਡ ਕੇ ਆਤਮਿਕ ਜੀਵਨ ਸਾਹਮਣੇ ਆਉਂਦਾ ਹੈ ਸਾਡੇ। ਇਸ ਕਰਕੇ ਗੁਰੂ ਸਾਨੂੰ ਪ੍ਰੇਰ ਰਹੇ ਹਨ ਇੱਕ ਵੱਲ, ਇੱਕ ਚਿੱਤ ਵੱਲ, ਇੱਕ ਧਿਆਨ ਵੱਲ।
ਇੱਕ ਗੁਰੂ ਵੱਲ। ਗੁਰੂ ਕਹਿੰਦੇ ਹਨ ਅਗਲੀ ਪੰਕਤੀ ਵਿੱਚ, ਨਾਨਕ ਆਸ਼ਕ ਕਾਂਢੀਏ ਸਦ ਹੀ ਰਹੇ ਸਮਾਏ। ਕਾਂਢੀਏ ਦਾ ਅਰਥ ਹੈ ਕਹਿੰਦੇ ਹਾਂ। ਗੁਰੂ ਕਹਿੰਦਾ ਹੈ ਅਸੀਂ ਆਸ਼ਕ ਕਹਿੰਦੇ ਹਾਂ ਉਸ ਨੂੰ ਜਿਹੜਾ ਸਦਾ ਹੀ ਸਮਾਇਆ ਹੋਇਆ ਹੈ। ਸਮਾਨ ਤੋਂ ਬਹੁਤ ਭਾਵ ਆ ਜਾਂਦੇ ਹਨ ਸਾਹਮਣੇ, ਜੋ ਥਿਰ ਹੈ, ਜੋ ਵੇਵਰਿੰਗ ਨਹੀਂ ਹੈ, ਜੋ ਸਟੇਬਲ ਹੈ, ਜਿਹਦੇ ਆਪਣੇ ਅੰਤਰ ਤੇ ਕੋਈ ਬਵਾਲ ਨਹੀਂ ਹਨ, ਜਿਹਦੇ ਆਵਾਗਮਨ ਵਿੱਚ ਜਾਣ ਦਾ ਸੰਕਲਪ ਨਹੀਂ ਹੈ, ਜਿਹੜਾ ਮਨ ਨਿਰਮਲ ਹੋ ਕੇ ਆਪਣੀ ਅਵਸਥਾ ਔਰ ਆਪਣੇ ਘਰ ਵਿੱਚ ਜੀਣਾ ਚਾਹੁੰਦਾ ਹੈ, ਆਪਣੀ ਹਉਮੈ ਨੂੰ ਤਿਆਗਣਾ ਚਾਹੁੰਦਾ ਹੈ। ਬਿਨਾਂ ਹਉਮੈ ਨੂੰ ਤਿਆਗੇ ਸਦ ਹੀ ਰਹੇ ਸਮਾਏ ਨਹੀਂ ਹੋ ਸਕੇਗਾ। ਤਾਂ ਹਉਮੈ ਨੂੰ ਤਿਆਗ ਕੇ ਮਹਾਰਾਜ ਕਹਿੰਦੇ ਹਨ ਕਿ ਆਸ਼ਿਕ ਉਹ ਹੈ ਜਿਸ ਨੇ ਆਪਣੀ ਹਉਮੈ ਤਿਆਗ ਕੇ ਗੁਰੂ ਨਾਲ ਮਿਲਨ ਕਰ ਲਿਆ। ਉਹ ਹੁਣ ਦੋ ਨਹੀਂ ਰਹੇ, ਇੱਕ ਹੋ ਗਿਆ। ਇਸ ਅਵਸਥਾ ਵਿੱਚ ਗੁਰੂ ਦਾ ਮਨ ਹੀ ਸਿੱਖ ਦਾ ਮਨ ਹੈ, ਸਿੱਖ ਦਾ ਆਪਣਾ ਕੋਈ ਮਨ ਨਹੀਂ ਹੈ। ਹੁਣ ਵੈਸਟ ਇੱਥੇ ਕੌਨਫਲਿਕਟ ਕ੍ਰੀਏਟ ਕਰਦਾ ਹੈ। ਜਦੋਂ ਵੈਸਟ ਕਹਿੰਦਾ ਹੈ ਕਿ ਇਟ ਲੁਕਸ ਲਾਈਕ ਯੂ ਆਰ your mind is not your own, you have been brainwashed, ਇਹੋ ਜਿਹੇ ਵਰਡਸ ਸਾਡੇ ਸਾਹਮਣੇ ਆਉਂਦੇ ਹਨ ਔਰ ਇਹਨਾਂ ਤੋਂ ਅਲਰਟ ਹੁੰਦਾ ਹੈ ਵੈਸਟ ਕਿ ਬ੍ਰੇਨ ਵਾਸ਼ਿੰਗ ਕੀ ਹੈ। ਦਰਅਸਲ ਗੁਰੂ ਦਾ ਕਨਸੈਪਟ ਨਾ ਤਾਂ ਵੈਸਟ ਨੇ ਜਾਣਿਆ ਹੈ ਔਰ ਨਾ ਉਹਦੀ ਐਕਸਪਲੋਰੇਸ਼ਨ ਹੋ ਰਹੀ ਹੈ। ਆਈਡੈਂਟਿਟੀ ਦੇ ਮਨ ਵਿੱਚ ਰਹਿੰਦੇ ਹੋਏ ਹੀ ਵੈਸਟ ਜੀਣਾ ਚਾਹੁੰਦਾ ਹੈ। ਇਸ ਕਰਕੇ ਤੁਸੀਂ ਦੇਖੋ ਕਿ ਸਾਡੇ ਜੀਵਨ ਵਿੱਚ ਵੀ ਜਿਹੜੀ ਗੁਰੂ ਦੀ ਪ੍ਰਥਾ ਅਸੀਂ ਕਿਤਨੇ ਹੀ ਟ੍ਰੈਡੀਸ਼ਨ ਨਾਲ ਸੰਭਾਲ ਕੇ ਚੱਲ ਰਹੇ ਹਾਂ, ਪਰ ਅੱਜ ਅਸੀਂ ਔਰ ਸਾਡੀ ਸੁਸਾਇਟੀ ਵਿੱਚ ਵੀ ਗੁਰੂ ਦੀ ਪ੍ਰਥਾ ਹਾਜ਼ਰ ਨਹੀਂ ਹੈ। ਕਹਿਣ ਵਾਸਤੇ ਹਾਜ਼ਰ ਹੈ ਪਰ ਵੈਸੇ ਹਾਜ਼ਰ ਨਹੀਂ ਹੈ, ਕਿਉਂਕਿ ਅਸੀਂ ਗੁਰੂ ਨੂੰ ਵੀ ਹੁਣ ਵਰਤ ਰਹੇ ਹਾਂ। ਗੁਰੂ ਨੂੰ ਪੋਲਿਟਿਕਸ ਵਿੱਚ ਲੈ ਜਾਂਦੇ ਹਾਂ, ਪੋਲਿਟਿਕਸ ਨਾਲ ਅਸੀਂ ਧਰਮ ਨੂੰ ਜਾਣ ਰਹੇ ਹਾਂ, ਉਸ ਤੋਂ ਬਿਨਾਂ ਜਾਣ ਹੀ ਨਹੀਂ ਰਹੇ। ਸੇਵਾ ਵਿੱਚ ਵੀ ਅਸੀਂ ਆਪਣੀ ਆਇਡੈਂਟਿਟੀ ਸੰਭਾਲ ਕੇ ਚੱਲ ਰਹੇ ਹਾਂ। ਯੂਕਰੇਨ ਔਰ ਰਸ਼ੀਆ ਦੀ ਵਾਰ ਹੋਈ ਹੈ। ਪਰਸੋਂ ਮੈਂ ਦੇਖ ਰਿਹਾ ਸੀ ਕਿ ਕਿਧਰੇ ਇੱਕ ਜਗ੍ਹਾ ਉਹਨਾਂ ਨੇ ਫੋਟੋ ਦੱਸੀ, ਇੱਕ ਸੜਕ ਦੇ ਨਾਲ ਕਾਫੀ ਸਾਰੇ ਖਾਣ ਦੇ ਪੈਕੇਜਸ ਪਏ ਸਨ ਖਾਣੇ ਦੇ, ਔਰ ਉੱਥੇ ਇਹ ਲਿਖਿਆ ਸੀ ਟੂ ਫੀਡ ਦ ਹੰਗਰੀ ਹੂਐਵਰ ਨੀਡਸ। ਜਿਸ ਨੇ ਦਿੱਤਾ ਉਸ ਨੂੰ ਨਹੀਂ ਪਤਾ ਕਿਸ ਨੂੰ ਮਿਲੇਗਾ, ਔਰ ਜਿਸ ਨੇ ਲਿਆ ਉਸ ਨੂੰ ਨਹੀਂ ਪਤਾ ਕਿਸ ਨੇ ਦਿੱਤਾ। ਇੱਥੇ ਆਇਡੈਂਟਿਟੀ ਕੋਈ ਪਲੇ ਵਿੱਚ ਹੀ ਨਹੀਂ ਹੈ। ਅਸੀਂ ਕੀ ਸੇਵਾ ਕਰ ਰਹੇ ਹਾਂ? ਫ੍ਰੀ ਦਵਾਈ ਵੰਡਦੇ ਹਾਂ ਤਾਂ ਉਸ ਦਵਾਈ ਦਾ ਅਸੀਂ 4 ਵਾਰੀ ਫੇਸਬੁੱਕ ਤੇ ਰੋਜ਼ ਇਸ਼ਤਿਹਾਰ ਛਪਾਉਂਦੇ ਹਾਂ। ਜੀਵਨ ਨੂੰ ਅਸੀਂ ਈਗੋ ਦੇ ਨਾਲ ਹੀ ਸੰਭਾਲ ਰਹੇ ਹਾਂ। ਸਾਡੇ ਜੀਵਨ ਵਿੱਚ ਵੀ ਗੁਰੂ ਦੀ ਜਿਹੜੀ ਹਜ਼ੂਰੀ ਹੈ, ਗੁਰੂ ਦਾ ਜਿਹੜਾ ਹੁਕਮ ਹੈ, ਉਹ ਹਾਜ਼ਰ ਨਹੀਂ ਹੈ। ਇਹਦਾ ਮੂਲ ਕਾਰਨ ਇਹੀ ਹੈ ਕਿ ਸਾਡੀ ਇਨੀਸ਼ੀਅਲ ਐਜੂਕੇਸ਼ਨ ਵੈਸਟ ਤੋਂ ਗਾਈਡਡ ਹੈ, ਔਰ ਵੈਸਟ ਵਿੱਚ ਗੁਰੂ ਦਾ ਕਨਸੈਪਟ ਹੈ ਹੀ ਨਹੀਂ। ਉਹ ਡੂਅਲ ਕਨਸੈਪਟ ਲੋਗੋਸ ਤੋਂ, ਗ੍ਰੀਕ ਥਾਟ ਤੋਂ ਆ ਰਿਹਾ ਹੈ। ਇਸ ਕਰਕੇ ਅਸੀਂ ਕੌਨਫਲਿਕਟ ਵਿੱਚ ਹਾਂ ਔਰ ਗੁਰੂ ਨੂੰ ਜਾਣ ਹੀ ਨਹੀਂ ਪਾਉਂਦੇ ਕਿ ਗੁਰੂ ਕੀ ਹੈ, ਗੁਰੂ ਦਾ ਕਨਸੈਪਟ ਕੀ ਹੈ। ਔਰ ਗੁਰੂ ਦੀ ਜਿਹੜੀ ਕਥਾ ਹਨ ਪੁਰਾਤਨ, ਅਸੀਂ ਉਸ ਤੋਂ ਵੀ ਟੁੱਟ ਗਏ ਹਾਂ। ਹੁਣ ਉਹਨਾਂ ਕਥਾਵਾਂ ਨੂੰ ਅਸੀਂ ਮਨਾ ਵੀ ਕਰ ਰਹੇ ਹਾਂ ਕਿ ਇਹ ਗਲਤ ਹਨ। ਸਿੱਖਾਂ ਦੀ 400 ਸਾਲ ਦੀ ਜਿਹੜੀ ਕਥਾ ਦਾ ਟ੍ਰੈਡੀਸ਼ਨ ਹੈ, ਉਸ ਤੋਂ ਅਸੀਂ ਨਕਾਰ ਚੁੱਕੇ ਹਾਂ, ਅਸੀਂ ਬਾਹਰ ਨਿਕਲ ਗਏ ਹਾਂ। ਕਥਾ ਔਰ ਕੀਰਤਨ 2 ਪਿਲਰਸ ਹਨ ਜਿਸ ਤੇ ਸਿੱਖੀ ਜੀਵਨ ਡਿਪੈਂਡ ਕਰਦਾ ਹੈ। ਔਰ ਅਗਰ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਵਿਚਾਰਾਂਗੇ, ਉਹਦੇ ਵਿੱਚ ਉਤਰਾਂਗੇ, ਤਾਂ ਸਿੱਖ ਦਾ ਜੀਵਨ ਸਮਝ ਆਏਗਾ, ਗੁਰੂ ਔਰ ਸਿੱਖ ਦਾ ਰਿਲੇਸ਼ਨਸ਼ਿਪ ਸਮਝ ਆਏਗਾ। ਪਰ ਅੱਜ ਅਸੀਂ ਉਸ ਵਿੱਚ ਨਹੀਂ ਹਾਂ, ਅੱਜ ਅਸੀਂ ਟੁੱਟ ਗਏ ਹਾਂ। ਨਾ ਤਾਂ ਉਹ ਕਥਾ ਵਿੱਚ ਅਸੀਂ ਵਿਚਾਰ ਰਹੇ ਹਾਂ, ਨਾ ਅਸੀਂ ਕੀਰਤਨ ਦੇ ਵਿਚਾਰ ਵਿੱਚ ਵੀ ਜਾ ਰਹੇ ਹਾਂ। ਸਿਰਫ ਕੀਰਤਨ ਦੀ ਲੈਅ ਨੂੰ ਅਸੀਂ ਇੰਜੋਏ ਕਰਦੇ ਹਾਂ। ਉਹਦੀ ਲੈਅ, ਉਹਦੀ ਜਿਹੜੀ ਗਾਣ ਦਾ ਤਰੀਕਾ, ਉਹ ਅੱਛਾ ਹੈ, ਬਟ ਸ਼ਬਦ ਤਾਂ ਇੱਕ ਡਿਲੀਵਰੀ ਮੈਕੈਨਿਜ਼ਮ, ਰਾਗ ਤਾਂ ਡਿਲੀਵਰੀ ਮੈਕੈਨਿਜ਼ਮ ਹੈ ਸ਼ਬਦ ਦਾ। ਡਿਲੀਵਰੀ ਸ਼ਬਦ ਦੀ ਹੋਣੀ ਹੈ, ਰਾਗ ਦੇ ਜ਼ਰੀਏ, ਗਾਣ ਦੇ ਤਰੀਕੇ ਦੇ ਜ਼ਰੀਏ। ਪਰ ਅਗਰ ਅਸੀਂ ਸਿਰਫ ਗਾਣ ਦੇ ਤਰੀਕੇ ਨੂੰ ਹੀ ਅਪਣਾ ਲਵਾਂਗੇ ਔਰ ਸ਼ਬਦ ਦੀ ਹਜ਼ੂਰੀ ਨੂੰ ਨਹੀਂ ਹਾਜ਼ਰ ਕਰਾਂਗੇ ਮਨ ਵਿੱਚ, ਤਾਂ ਉਹਦਾ ਜਿਹੜਾ ਸ਼ਬਦ ਦਾ
ਮਨ ਵਿੱਚ ਵਿਕਾਸ ਹੋਣਾ ਹੈ, ਪ੍ਰਗਟਾਵਾ ਹੋਣਾ ਹੈ, ਦਰਸ਼ਨ ਹੋਣੇ ਹਨ, ਉਸ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਔਰ ਉਹੀ ਸਾਡੀ ਰਿਐਲਿਟੀ ਹੈ। ਇਹ ਹੁਣ ਇਸ਼ੂਜ਼ ਮੰਥਨ ਵਾਲੇ ਨੇ, ਪਰ ਇੱਕ ਪ੍ਰੋਬਲਮ ਮੈਨੂੰ ਹੋਰ ਵੀ ਦਿਖ ਰਹੀ ਹੈ ਕਿ ਪੰਥ ਵਿੱਚ ਮੰਥਨ ਹੀ ਨਹੀਂ ਹੈ ਇਹਨਾਂ ਗੱਲਾਂ ਦਾ। ਵਿਚਾਰ ਔਰ ਐਨਰਜੀ ਕਿਸੇ ਹੋਰ ਚੀਜ਼ ਦੀ ਚੱਲਦੀ ਹੈ ਸਾਰਾ ਟਾਈਮ। ਅੱਜ ਮਹਾਰਾਜ ਨੇ ਹੁਣ ਦੂਸਰੀ ਲਾਈਨ ਵਿੱਚ ਕਿਹਾ ਹੈ, ਨਾਨਕ ਆਸ਼ਕ ਕਾਂਢੀਏ ਸਦ ਹੀ ਰਹੇ ਸਮਾਏ। ਕਹਿੰਦੇ ਉਸ ਨੂੰ ਹਨ ਆਸ਼ਿਕ ਜਿਹੜਾ ਸਦਾ ਹੀ ਸਮਾ ਗਿਆ ਹੈ। ਗੁਰੂ ਨੂੰ ਇੱਕ ਵਾਰ ਮਿਲਿਆ ਹੈ, ਹੁਣ ਕਦੇ ਵਿਛੜੇਗਾ ਨਹੀਂ। ਇੱਕ ਵਾਰ ਗੁਰੂ ਦਾ ਮੱਥਾ ਟੇਕ ਦਿੱਤਾ ਹੈ, ਗੁਰੂ ਅੱਗੇ ਹਾਜ਼ਰ ਹੈ। ਹੁਣ ਮਨ ਵਿੱਚ ਗੁਰੂ ਦੀ ਹਜ਼ੂਰੀ ਹੈ, ਪ੍ਰੇਮ ਹੈ, ਗੁਰੂ ਦੇ ਦਰਸ਼ਨ ਹਨ। ਆਸ਼ਕੀ ਦੀ ਗੱਲ ਚੱਲ ਰਹੀ ਹੈ ਮਹਾਰਾਜ। ਜਾਂ ਅਸੀਂ ਜੀਵਨ ਵਿੱਚ ਵਪਾਰ ਕਰਾਂਗੇ ਜਾਂ ਆਸ਼ਕੀ ਕਰਾਂਗੇ। 99% ਅਸੀਂ ਵਪਾਰ ਹੀ ਕਰਦੇ ਹਾਂ। ਆਸ਼ਿਕ ਤਾਂ ਬਹੁਤ ਮੁਸ਼ਕਿਲ ਹੈ। ਗੁਰੂ ਦੀ ਔਰ ਸਿੱਖ ਦੀ ਰਿਲੇਸ਼ਨਸ਼ਿਪ ਦੀ ਬੁਨਿਆਦ ਪ੍ਰੇਮ ਹੈ, ਸੱਚ ਦਾ ਪ੍ਰੇਮ। ਸਿੱਖ ਉਸ ਪ੍ਰੇਮ ਨੂੰ ਲੱਭਦਾ ਹੈ ਔਰ ਗੁਰੂ ਉਸ ਪ੍ਰੇਮ ਦਾ ਵਪਾਰੀ ਹੈ। ਗੁਰੂ ਉਸ ਸੱਚ ਦਾ ਵਣਜਾਰਾ ਹੈ। ਸਾਚ ਵਕਰ ਕੇ ਹਮ ਵਣਜਾਰੇ, ਗੁਰੂ ਨਾਨਕ ਸਾਹਿਬ ਦੀ ਆਪਣੀ ਲਾਈਨ ਹੈ। ਨਾਨਕ ਆਸ਼ਿਕ ਕਾਂਢੀਏ ਸਦ ਹੀ ਰਹੇ ਸਮਾਏ। ਜੋ ਸਦਾ ਹੀ ਪ੍ਰੇਮ ਵਿੱਚ ਹੈ ਗੁਰੂ ਦੇ, ਉਹੀ ਆਸ਼ਿਕ ਹੈ। ਬਸ ਗੁਰੂ ਦੀ ਇੱਕ ਆਵਾਜ਼ ਆ ਜਾਏ, ਥੋੜ੍ਹਾ ਜਿਹਾ ਖੜਕਾ ਹੋ ਜਾਏ, ਪੈਰਾਂ ਦਾ ਖੜਕਾ ਹੋ ਜਾਏ, ਸ਼ਬਦ ਦੀ ਹਜ਼ੂਰੀ ਦਿਖ ਜਾਏ, ਮਨ ਖੇੜੇ ਵਿੱਚ ਆ ਜਾਏ। ਮਹਾਰਾਜ ਕਹਿੰਦੇ ਹਨ, ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ। ਗੁਰੂ ਕਹਿੰਦੇ ਹਨ, ਚੰਗੇ ਕਰ ਚੰਗਾ ਮੰਨਦਾ ਹੈ। ਚੰਗਾ ਕੀਤਾ ਗੁਰੂ ਨੇ ਮੇਰਾ। ਸਿੱਖ ਕਹਿ ਰਿਹਾ ਹੈ ਕਿ ਗੁਰੂ ਨੇ ਮੇਰੇ ਨਾਲ ਚੰਗਾ ਕੀਤਾ। ਗੁਰੂ ਬੜਾ ਚੰਗਾ ਹੈ। ਔਰ ਗੁਰੂ ਨੇ ਮੇਰੇ ਨਾਲ ਮਾੜਾ ਕੀਤਾ, ਗੁਰੂ ਮਾੜਾ ਹੈ। ਆਸ਼ਿਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ। ਜੀਵਨ ਵਿੱਚ ਦੋ ਹੀ ਤਰੀਕੇ ਹਨ ਜੀਣ ਦੇ, ਬਹੀ ਖਾਤਾ ਹੈ ਜਾਂ ਪ੍ਰੇਮ ਹੈ। ਇਹ ਬਹੀ ਖਾਤੇ ਨੂੰ ਗੁਰੂ ਨੇ ਲੇਖਾ ਕਿਹਾ ਹੈ। ਲੇਖਾ ਕਰਦੇ ਹਾਂ ਅਸੀਂ, ਹਿਸਾਬ ਕਰਦੇ ਹਾਂ। ਜਿਵੇਂ ਅੱਜ ਕੱਲ੍ਹ ਵੀ ਇੱਕ ਪ੍ਰਥਾ ਚੱਲਦੀ ਹੈ ਕਿ ਮੈਂ ਸੁਖਣਾ ਸੁਖਿਆ ਹੈ। ਇਹ ਸੁਖਣਾ ਕੀ ਹੈ? ਗੁਰੂ ਮੈਨੂੰ ਕੁਝ ਦੇਗਾ, ਮੈਂ ਉਹਨੂੰ ਕੁਝ ਦੇ ਰਿਹਾ ਹਾਂ। ਔਰ ਇਹਦੀ ਬੁਨਿਆਦ ਕੀ ਹੈ? ਮੈਂ ਉਸ ਨੂੰ ਡਿਫਾਈਨ ਕਰ ਰਿਹਾ ਹਾਂ ਕਿ ਗੁਰੂ ਤੋਂ ਮੈਂ ਇਹ ਵਸਤੂ ਲੈਣੀ ਹੈ, ਉਹ ਮੈਨੂੰ ਤਾਂ ਦੇਗਾ। ਮੈਂ 40 ਦਿਨ ਇਹ ਕਰਾਂਗਾ ਜਾਂ ਇਹ ਕਰਾਂਗੀ ਜਾਂ ਇਹ ਕਰਾਂਗੇ ਤਾਂ ਇਹ ਮੈਨੂੰ ਮਿਲੇਗਾ। ਇਹ ਕੌਣ ਡਿਫਾਈਨ ਕਰ ਰਿਹਾ ਹੈ? ਕਿਸ ਨੇ ਮੰਗਿਆ ਹੈ ਔਰ ਕੌਣ ਦੇ ਰਿਹਾ ਹੈ? ਇਹ ਮੇਰਾ ਹਉਮੈ ਦਾ ਮਨ ਹੈ, ਜਿਹਦੇ ਦਰਸ਼ਨ ਗੁਰੂ ਔਰ ਸਿੱਖ ਦੇ ਰਿਲੇਸ਼ਨਸ਼ਿਪ ਵਿੱਚ ਆ ਜਾ ਰਹੇ ਹਨ। ਮੈਂ ਕਹਿ ਰਿਹਾ ਹਾਂ ਕਿ ਮੈਂ ਵਪਾਰ ਕਰਾਂਗਾ ਗੁਰੂ ਨਾਲ। ਮੈਂ ਨੰਗੇ ਪੈਰੀ ਬੰਗਲਾ ਸਾਹਿਬ ਜਾਵਾਂਗਾ ਜਾਂ ਜਾਵਾਂਗੀ ਔਰ ਗੁਰੂ ਮੈਨੂੰ ਇਹ ਦੇ ਦੇਗਾ ਜਾਂ ਇਹ ਚੀਜ਼ ਨੂੰ ਸੁਲਝਾ ਦੇਗਾ ਜਾਂ ਇਹ ਪ੍ਰੋਬਲਮ ਨੂੰ ਖਤਮ ਕਰ ਦੇਗਾ। ਠੀਕ ਹੈ, ਇਹ ਤਪ ਦੀ ਗੱਲ ਹੀ ਚੱਲ ਰਹੀ ਹੈ, ਪਰ ਹੈ ਵਪਾਰ। ਇਹ ਪ੍ਰੇਮ ਨਹੀਂ ਹੈ। ਇਹਦੇ 'ਚ ਲੈਣ ਦੇਣ ਹੈ। ਇਹਦੇ ਵਿੱਚ ਕੋਈ ਗਿਣਤੀਆਂ ਨਹੀਂ ਹਨ। ਜਿਸ ਪ੍ਰੇਮ ਦੀ ਗੁਰੂ ਗੱਲ ਕਰਦਾ ਪਿਆ ਹੈ, ਉਹਦੇ 'ਚ ਕੋਈ ਲੇਖਾ ਨਹੀਂ ਹੈ, ਉਹਦੇ 'ਚ ਕੋਈ ਹਿਸਾਬ ਕਿਤਾਬ ਨਹੀਂ ਹੈ, ਉਹਦੇ ਵਿੱਚ ਕੋਈ ਗਿਣਤੀ ਨਹੀਂ ਕਰਕੇ ਆਇਆ ਕੋਈ ਕਿ ਕੀ ਕਰੇਗਾ ਤੇ ਕੀ ਮਿਲੇਗਾ। ਇੱਥੇ ਤੇ ਸਭ ਕੁਝ ਵੇਚਣਾ ਹੈ ਤੇ ਸਭ ਕੁਝ ਮਿਲ ਜਾਣਾ ਹੈ। ਕੁਝ ਅਧੂਰਾ ਨਹੀਂ ਹੈ। ਮਨ ਦਾ ਕੋਈ ਇੱਕ ਹਿੱਸਾ ਵੀ ਮੈਂ ਬਚਾ ਕੇ ਰੱਖ ਲਿਆ ਤਾਂ ਮੈਂ ਬਚ ਗਿਆ। ਔਰ ਅਗਰ ਮੈਂ ਆਪਣੇ ਆਪ ਨੂੰ ਬਚਾਇਆ ਤਾਂ ਗੁਰੂ ਨੂੰ ਨਹੀਂ ਮਿਲ ਪਾਵਾਂਗਾ। ਮੈਂ ਔਰ ਗੁਰੂ ਦੋਨੋਂ ਇਕੱਠੇ ਨਹੀਂ ਹੋ ਸਕਦੇ। ਮੈਂ ਗਿਰੇਗੀ ਤਾਂ ਗੁਰੂ ਹਾਜ਼ਰ ਹੈ ਜੀਵਨ ਵਿੱਚ। ਸਦ ਹੀ ਰਹੇ ਸਮਾਏ। ਫਿਰ ਮਹਾਰਾਜ ਕਹਿ ਰਹੇ ਹਨ ਕਿ ਇਹ ਆਸ਼ਿਕ ਨਹੀਂ ਹੈ ਜਿਹੜਾ ਲੇਖਾ ਕਰ ਰਿਹਾ ਹੈ, ਬਹੀ ਖਾਤਾ ਖੋਲ ਕੇ ਬੈਠਾ ਹੈ, ਜਿਹੜਾ ਹਿਸਾਬ ਕਿਤਾਬ ਕਰਦਾ ਹੈ। ਉਹ ਤਾਂ ਸਭ ਕੁਝ ਦੇਣ ਆਇਆ ਹੈ ਔਰ ਉਹਨੂੰ ਸਭ ਕੁਝ ਮਿਲੇਗਾ। ਗੁਰੂ ਦੇ ਚੰਗੇ ਕਰਨ ਤੇ ਚੰਗਾ ਕਹੇਗਾ, ਮਾੜੇ ਕਰਨ ਤੇ ਮਾੜਾ ਕਹੇਗਾ। ਆਸ਼ਿਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ। ਕਹਿਣ ਸੁਣਨ ਦੀ ਗੱਲ ਹੈ, ਪਰ ਬੜਾ ਔਖਾ ਹੈ। ਇਹੋ ਜਿਹੇ ਮਨ ਦੀ ਅਵਸਥਾ ਤਾਂ ਹੀ ਹੋ ਸਕਦੀ ਹੈ ਜਦ ਨਾਮ ਦੀ ਹਜ਼ੂਰੀ ਹੋਏ ਜੀਵਨ ਵਿੱਚ, ਗੁਰੂ ਦੀ ਕਿਰਪਾ ਹੋਏ ਨਾਲ। ਕਿਉਂਕਿ ਇਹ ਜਿਹੜੀ ਬੈਰੀਅਰ ਹੈ ਫਰੋਮ ਈਗੋ ਟੂ ਸੈਲਫਲੈਸ ਪਰਸਨੈਲਿਟੀ, ਈਗੋ ਟੂ ਸੈਲਫਲੈਸਨੈਸ ਜਾਂ ਨੌਨ ਈਗੋ ਸਟੇਟ, ਇਹ ਆਪਣੇ ਵਿੱਚ ਦਮ ਨਹੀਂ ਹੈ ਕੋਈ ਕਰ ਲੇ। ਇਹ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ।
ਔਰ ਗੁਰੂ ਨੇ ਸਾਨੂੰ ਇਹ ਬਾਰ-ਬਾਰ ਜੀਵਨ ਵਿੱਚ ਸਮਝਾਇਆ ਵੀ ਹੈ ਕਿ ਇਹਦਾ ਆਧਾਰ, ਇਹਦੀ ਫਾਊਂਡੇਸ਼ਨ ਜਪ ਤੇ ਆਧਾਰਿਤ ਹੈ। ਜਪ ਮਨ ਸਤਨਾਮ ਸਦਾ ਸਤਨਾਮ। ਮਨ ਨੂੰ ਸੰਭਾਲਣਾ ਹੈ। ਜਨ ਨਾਨਕ ਕੋ ਗੁਰ ਅਹਿਮਦ ਦੀਨੀ, ਜਪ ਹਰ ਭਵਜਲ ਤਰਨਾ। ਕਿ ਜੀਵਨ ਦੇ ਪਾਰ ਜਾਣਾ ਹੈ ਤਾਂ ਸ਼ਬਦ ਔਰ ਸੁਰਤ ਦੀ ਇਸ ਖੇਡ ਵਿੱਚ ਉਤਰਨਾ ਪਏਗਾ। ਮਨ ਨੂੰ ਇਕਾਗਰ ਕਰਨਾ ਪਏਗਾ। ਮਨ ਨੂੰ ਇਕਾਗਰ ਕਰਕੇ ਸ਼ਬਦ ਦੀ ਹਜ਼ੂਰੀ ਵਿੱਚ ਰਹਿਣਾ ਹੈ। ਜਾਂ ਇਸ ਤਰ੍ਹਾਂ ਸਮਝੀਏ ਕਿ ਜਪ ਵਿੱਚ ਮਨ ਨੂੰ ਇਕਾਗਰ ਕਰ ਲੈਣਾ ਹੈ। ਇਹ ਵੀ ਇੱਕ ਤਰੀਕਾ ਹੈ। ਜਪ ਵਿੱਚ ਹੁੰਦੇ ਹੋਏ ਜਦੋਂ ਥਾਟਸ ਗਿਰ ਜਾਣ, ਥੋੜ੍ਹੇ ਹੀ ਖਿੰਡ ਲਈ, ਥੋੜ੍ਹੇ ਹੀ ਸੈਕਿੰਡ ਲਈ ਜ਼ਰੂਰ ਗਿਰਦੀਆਂ ਹਨ। ਅਗਰ ਉਹ ਵੱਧਦਾ ਜਾਏ ਪੀਰੀਅਡ, ਫਿਰ ਇਹੋ ਜਿਹਾ ਸਮਾਂ ਗੁਰੂ ਕਹਿੰਦਾ ਹੈ ਆਉਂਦਾ ਹੈ ਜਦੋਂ ਸੁਰਤ ਸ਼ਬਦ ਦਾ ਮੇਲ ਹੋ ਜਾਂਦਾ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਧੁਨ ਆ ਜਾਂਦੀ ਹੈ। ਫਿਰ ਉਸ ਚੇਲੇ ਦੇ ਮਨ ਵਿੱਚ ਆਨੰਦ ਦੀ ਧੁਨ ਆ ਜਾਂਦੀ ਹੈ। ਨਾਮ ਦਾ ਖਟਕਾ ਆ ਜਾਂਦਾ ਹੈ। ਮਿਲਣ ਦਾ ਆਵਾਜ਼ ਆ ਜਾਂਦੀ ਹੈ। ਦੁਵੈਤ ਨੂੰ ਛੱਡ ਕੇ ਇਕਾਗਰ ਮਨ ਦੀ ਹਜ਼ੂਰੀ ਆ ਜਾਂਦੀ ਹੈ। ਮਹਾਰਾਜ, ਇਹ ਜਦੋਂ ਵੀ ਅਸੀਂ ਕਰਾਂਗੇ, ਹੁਣ ਕਰੀਏ, ਇਸੇ ਜਨਮ 'ਚ ਕਰੀਏ ਜਾਂ ਕਿਸ ਜਨਮ ਵਿੱਚ ਕਰੀਏ, ਤਾਂ ਹੀ ਇਹ ਪ੍ਰੋਸੈਸ ਕੰਪਲੀਟ ਹੋਏਗਾ। ਤਾਂ ਗੁਰੂ ਇਹ ਸਮਝਾ ਰਹੇ ਹਨ ਬਾਰ-ਬਾਰ ਕਿ ਬਿਨਾਂ ਸ਼ਬਦ ਦੇ ਹੋਰ ਕੋਈ ਰਾਹ ਨਹੀਂ ਹੈ। ਅਸੀਂ ਸਮਝ ਲਈਏ ਕਿ ਕੋਈ ਵੀ ਰਾਹ ਹੈ। ਮਨ ਨੂੰ ਕਿਵੇਂ ਗੇਰਾਂਗੇ? ਸ਼ਬਦ ਦੀ ਹਜ਼ੂਰੀ ਵਿੱਚ ਹੀ ਗਿਰੇਗਾ, ਹੋਰ ਕੋਈ ਤਰੀਕਾ ਨਹੀਂ ਹੈ। ਫਿਜ਼ੀਕਲ ਗੁਰੂ ਵੀ ਸ਼ਬਦ ਦੀ ਹਜ਼ੂਰੀ ਵਿੱਚ ਹੀ ਸਾਨੂੰ, ਸਾਡੇ ਮਨ ਨੂੰ ਕਾਬੂ ਕਰ ਪਾਏਗਾ, ਹੋਰ ਕੋਈ ਤਰੀਕਾ ਨਹੀਂ ਹੈ। ਮਨ ਨੂੰ ਘੜਨਾ ਪਏਗਾ। ਘੜੀਏ ਸ਼ਬਦ ਸੱਚੀ ਟਕਸਾਲ। ਔਰ ਚਾਹੇ ਸਿੱਖ ਟ੍ਰੈਡੀਸ਼ਨ ਹੋਏ ਜਾਂ ਕੋਈ ਹੋਰ ਮਤ ਹੋਏ ਜਾਂ ਕੋਈ ਹੋਰ ਟ੍ਰੈਡੀਸ਼ਨ ਹੋਏ, ਸਾਰੀ ਦੁਨੀਆ ਵਿੱਚ ਜਿਸਨੇ ਕਾਇਮ ਕੀਤਾ, ਜਿਸਨੇ ਗਿਆਨ ਪ੍ਰਾਪਤ ਕਰ ਲਿਆ, ਜਿਸਨੇ ਮਨ ਇਕਾਗਰ ਕਰ ਲਿਆ, ਉਹ ਸ਼ਬਦ ਦੀ ਹਜ਼ੂਰੀ ਵਿੱਚ ਹੀ ਕੀਤਾ। ਸ਼ਬਦ ਔਰ ਸੁਰਤ ਦੇ ਗਿਆਨ ਵਿੱਚ ਹੀ ਕੀਤਾ। ਸਾਨੂੰ ਮਹਾਰਾਜ ਪ੍ਰੇਰ ਰਹੇ ਹਨ ਉਸੇ ਵੱਲ, ਬਾਰ-ਬਾਰ ਪ੍ਰੇਰ ਰਹੇ ਹਨ। ਅੱਜ ਗੁਰੂ ਅੰਗਦ ਸਾਹਿਬ ਆਸ਼ਕੀ ਦੀ ਗੱਲ ਚਲਾ ਰਹੇ ਹਨ। ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ। ਬਹੀ ਖਾਤਾ ਫਾੜ ਦੇਣਾ ਬੜਾ ਔਖਾ ਹੈ ਮਹਾਰਾਜ, ਬਿਲਕੁਲ ਸੌਖਾ ਨਹੀਂ ਹੈ। ਫਿਜ਼ੀਕਲ ਵਰਲਡ ਦੇ ਸਾਰੇ ਅੰਸ਼ ਅਸੀਂ ਛੱਡ ਵੀ ਦਿਆਂਗੇ, ਮਨ ਫਿਰ ਵੀ ਕਾਬੂ ਰੱਖਦਾ ਹੈ। ਇਸ ਕਰਕੇ ਇੱਥੇ ਸ਼ਬਦ ਦੀ ਹਜ਼ੂਰੀ, ਸ਼ਬਦ ਦਾ ਗਿਆਨ ਔਰ ਅਰਦਾਸ। ਮਨ ਤੇ ਧੋਖਾ ਤਾਂ ਲਹੇ ਜੇ ਸਿਫਤ ਕਰੇ ਅਰਦਾਸ। ਕਿਉਂਕਿ ਫਿਜ਼ੀਕਲ ਜੀਵਨ ਦੀ ਜਿਹੜੀ ਸਾਡੇ ਤੇ ਗ੍ਰਿਪ ਹੈ, ਉਹ ਕੋਈ ਕਮਜ਼ੋਰ ਨਹੀਂ ਹੈ, ਕਾਫੀ ਹਾਰਡ ਹੈ। ਅਸੀਂ ਉਸ ਜੀਵਨ ਨੂੰ ਛੱਡਣਾ ਨਹੀਂ ਚਾਹੁੰਦੇ। ਇੱਕ ਤਰ੍ਹਾਂ ਦਾ ਜੀਂਦੇ ਜੀ ਮਰਨ ਵਾਲੀ ਗੱਲ ਹੈ। ਮਰ ਜੀਵੜਾ, ਆਪਣੀ ਆਇਡੈਂਟੀਟੀ ਨੂੰ ਗਵਾ ਦੇਣਾ ਫਿਜ਼ੀਕਲ ਲਾਈਫ ਵਿੱਚ ਹੁੰਦੇ ਹੋਏ, ਇੱਕ ਮਰ ਜੀਵੜਾ, ਜੀਂਦੇ ਜੀ ਮਰ ਗਿਆ। ਕੋਈ ਸੌਖਾ ਨਹੀਂ ਹੈ ਮਹਾਰਾਜ। ਆਸ਼ਕੀ ਔਰ ਆਸ਼ਿਕ ਹੀ ਕਰ ਪਾਣਗੇ ਜਿਹੜੇ ਆਸ਼ਿਕ ਹੋਣਗੇ। ਮਹਿਲਾ ਦੂਜਾ। ਸਲਾਮ ਜਵਾਬ ਦੋਵੇ ਕਰੇ, ਮੁੰਡੋ ਗੁੱਥਾ ਜਾਏ। ਨਾਨਕ ਦੋਵੇ ਕੂੜੀਆਂ, ਕੂੜੀਆਂ ਥਾਏ ਨਾ ਕਾਈ ਪਾਏ। ਹੁਣ ਗੱਲ ਕੀ ਹੈ ਕਿ ਸਿੱਖ ਜਿਹੜਾ ਹੈ ਉਹ ਰਿਸੀਵਿੰਗ ਐਂਡ ਤੇ ਹੈ। ਉਸ ਨੂੰ ਮਿਲਣਾ ਹੈ, ਉਸ ਨੂੰ ਗਿਫਟ ਮਿਲਣਾ ਹੈ, ਉਸ ਨੂੰ ਨਜ਼ਰ ਮਿਲਣੀ ਹੈ, ਉਸ ਨੂੰ ਪ੍ਰੇਮ ਮਿਲਣਾ ਹੈ, ਉਸ ਨੂੰ ਉਹ ਚਾਬੀ ਮਿਲਣੀ ਹੈ ਜਿਹਦੇ ਨਾਲ ਦਰਵਾਜ਼ਾ ਖੁੱਲੇਗਾ। ਦਸਮ ਦੁਆਰ ਕੁੰਜੀ ਜਬ ਦੀਜੇ, ਤਬ ਦਇਆਲ ਕੋ ਦਰਸ਼ਨ ਕੀਜੇ। ਉਹ ਚਾਬੀ ਕਿਹਦੇ ਕੋਲ ਹੈ? ਗੁਰੂ ਕੋਲ ਹੈ। ਤਾਂ ਉਹਦੇ ਵਾਸਤੇ ਜ਼ਰੂਰੀ ਉਹੀ ਹੈ ਕਿ ਮੈਂ ਇੱਕ ਮਨ ਨਾਲ ਗੁਰੂ ਨੂੰ ਮਿਲਾਂਗਾ। ਇੱਥੇ ਇੱਕ ਰਿਲੇਸ਼ਨਸ਼ਿਪ ਡਿਫਾਈਨ ਹੋ ਰਿਹਾ ਹੈ, ਜਿਸ ਤਰ੍ਹਾਂ ਕੋਈ ਚਾਕਰ ਹੋਏ, ਔਰ ਚਾਕਰੀ ਦੀ ਗੱਲ ਅਗੜੀ ਪੌੜੀ ਵਿੱਚ ਗੁਰੂ ਕਰਨ ਲੱਗੇ ਹਨ ਸਾਡੇ ਨਾਲ, ਕਿ ਹੁਣ ਸਿੱਖ ਸਲਾਮ ਵੀ ਕਰਦਾ ਹੈ, ਹਜ਼ੂਰੀ ਵਿੱਚ ਸੈਲਿਊਟ ਕਰਦਾ ਹੈ, ਹੰਬਲਨੈਸ ਵਿੱਚ ਰਹਿੰਦਾ ਹੈ, ਪਰ ਥੋੜੇ ਸਮੇਂ ਬਾਅਦ ਜਵਾਬ ਵੀ ਦੇ ਦਿੰਦਾ ਗੁਰੂ ਨੂੰ। ਕਹਿੰਦਾ ਤਾਂ ਹੈ ਕਿ ਤੁਸੀਂ ਮੇਰੇ ਗੁਰੂ ਹੋ, ਪਰ ਮੰਨਦਾ ਨਹੀਂ ਹੈ। ਕੁਛ ਘੜੀ ਲਈ ਹਜ਼ੂਰੀ ਵਿੱਚ ਰਹਿੰਦਾ ਹੈ, ਫਿਰ ਹਜ਼ੂਰੀ ਛੱਡ ਦਿੰਦਾ ਹੈ। ਇਹ ਜਿਹੜੀ ਮਨ ਦੀ ਗ੍ਰਿਪ ਹੈ ਮੇਰੇ ਉੱਤੇ, ਮੇਰੇ ਦਵੈਤ ਮਨ ਦੀ, ਇਹ ਮੈਨੂੰ ਕੰਟਰੋਲ ਕਰ ਰਹੀ ਹੈ, ਗੁਰੂ ਨਹੀਂ ਕੰਟਰੋਲ ਕਰ ਰਿਹਾ। ਅਗਰ ਮੈਂ ਗੁਰੂ ਔਰ ਸਿੱਖ ਦੇ ਰਿਲੇਸ਼ਨਸ਼ਿਪ ਨੂੰ ਬਾਈਂਡਿੰਗ ਸਮਝਦਾ ਆਪਣੇ ਤੇ, ਫਿਰ ਗੁਰੂ ਦੀ ਹਜ਼ੂਰੀ ਵਿੱਚ ਮੈਂ ਨਹੀਂ ਰਵਾਂਗਾ, ਗੁਰੂ ਹੀ ਰਹੇਗਾ। ਫਿਰ ਗੁਰੂ ਦਾ ਇੱਕ ਖੜਕਾ ਵੀ ਮੇਰੇ ਲਈ ਆਰਡਰ ਹੋ ਜਾਏਗਾ। ਫਿਰ ਗੁਰੂ ਦੀ ਇੱਕ ਨਿਗਾਹ ਵੀ ਮੇਰੇ ਜੀਵਨ ਨੂੰ ਬਦਲ ਦੇਗੀ। ਫਿਰ ਗੁਰੂ ਦੀ ਇੱਕ ਆਵਾਜ਼ ਵੀ
मेरा हुक्म बढ़ जाएगा। फिर गुरु ही मेरा जीवन है, फिर गुरु ही है, मेरा होने वाला मन नहीं है। फिर प्रेम जरूर है। गुरु दी थॉट है और मैं जानदा हाँ, मेरी थॉट है और गुरु जानदा है। मन एक है, दो नहीं हन। पर मेरा मन एक है, गुरु दा ते मन है ही एक, तां ही गुरु है। पर मैं अपने मन नूं हाजिर कर दियां, एक मन कर लवां, इन ट्यून हो जावां गुरु नाल। इस तरह गुरबाणी विच एक पंक्ति आंदी है, बड़ी प्यारी पंक्ति है कि जो पेड़ संदल दे पेड़ दे नेड़े तेड़े हन, वो भी संदल बन जाते हैं। ਉਹ भी चंदन होए ले बसे जो चंदन पास। गुरु दे नेड़े हो के मैं अपने मन नूं एकागर कर लिया, क्योंकि गुरु एकागर है। ਇਹ फिजिकल गुरु दी रिलेशनशिप दा ਇਹ लाभ ਹਨ। एकागर मन दे नेड़े रह के मेरा मन एकागर हो जाएगा। एकागर मन दे विच रह के अगर मैं अपने मन नूं सलाम विच रखांगा तां, अगर जवाब विच रखांगा तां एकागर नहीं होएगा, फिर वो अपनी द्वैत विच ही चलेगा। और गुरु दे कई नेड़े कई सिख रहे हैं जिन्हों ने कोई प्राप्ति ज़्यादा नहीं की, क्योंकि उन्होंने अपने मन नूं बचा के रखिया। मन नूं बेचण दी विधि विच नहीं गुरु नूं मिले हैं। तो गुरु कह रहा है सलाम जवाब दोवे करे मुंडो गुत्था जाए। जो यह सिख है, जो इहो जी एटीट्यूड नाल गुरु नूं मिलन आंदा है, सलाम भी करता है, फिर जवाब भी दे दिंदा है। यह मुंडो यह प्रिंसिपल तो शुरू तो ही रूट तो ही सब कुछ गवा चुकिया है। ਇਹਦੇ ਹੱਥ ਵਿੱਚ कुछ भी नहीं है। ਇਹ इस गुरु और सिख रिलेशनशिप का लाभ नहीं ले पाएगा। फिर महाराज की कहते हैं, नानक दोवे कूड़िया थाए ना काई पाए। महाराज कहते दोनों ही चीज़ां बेअर्थ हैं, कूड़ियां हैं, झूठियां हैं। ना तो ਇਹਦਾ सलाम ठीक है, ना ਇਹਦਾ जवाब ठीक है। और ਇਹਦੇ नाल थाए ना काई पाए, इनू कोई थां नहीं मिलेगी। असी केड़ी थां लभदे हां महाराज? सो अस्थान बतावो मीता जाके हर हर कीर्तन नीता। नानक भगता सदा विगास। असी सदा विगास की गल चला रहे हैं। सिख उसे नू लभदा है, सिख उस सच नू लभदा है जिहड़ा कदे मेरे तो लिया नहीं जा सकदा। सिख उस जीवन नू लभदा है जिहदे विच आनंद है। सिख उस प्रेम नू लभदा है जो अनुराग की तरह हर जगह फैलिया है। असी उस दे नाल उसकी खोज विच ही सिख बनते हाँ। और गुरु वो देण दी क्षमता रखता है। गुरु दे एक दर्शन होण, गुरु और सिख का एक मिलन होए और पूरा जीवन बदल जाए। सिख गया कुछ होर सी, गुरु नू मिलिया और बन कुछ होर गया। नर ते सुर होए जात निमख में, सतगुर बुद्ध सिखलाई। गुरु कहता है कि एक इंसान गया पर देवता बन के आ गया बाहर। आत्मा नू जान लिया, गुरु नू मिलिया, अपनी आत्मा नू जान लिया, गुरु नू प्रेम नाल देखिया और अपने दरवाजे खुल गए। गुरु की हजूरी विच मन नू त्याग दिता और उन मन की अवस्था नू जान लिया। कई बार जीवन विच इहो जे रेवलेशनस एक्सपीरियंसिस आजीवन गाइड करते हैं सानू। समझ शायद ना भी आन। उस दिन मैं एक प्यारे बच्चे नाल गल करदा सी, छोटी उम्र है। वो विचार विच मेरे नाल साझा कर रहा सी कि मैं सोचदा रहा, एक काम कर रहा सी और सडनली मैनू एक एक्सपीरियंस होया और मैनू लग्या कि मैं नहीं हाँ, मैं इस सब कुछ होर है इत्थे, मैं हाँ ही नहीं। यह एक्सपीरियंस सारे जीवन लगेगा समझण वास्ते। ब्रह्म ज्ञान का दरवाजा खुल गया है। समझ नहीं आया है, समय नाल समझ आएगा। सानू समझ नहीं आता है। कई बार इहो ਜਿਹੇ एक्सपीरियंसिस हो सकता है साडे जीवन विच होण और सानू उन्हां नू अनरैवल करन विच पूरा जन्म ही लग जाए, क्योंकि मन दी एक्सप्रैशनस और विजिट्स हौमे तो परे जाके ही पता लगदियां हन और असी इस हौमे दे विच जन्मां जन्मां तो जी रहे हाँ। इनू सौखा छड्डदे नहीं हाँ असी। महाराज कहते हैं, नानक दोवे कूड़िया थाए न काई पाए। ये दोनों ही गल सलाम और जवाब जिहड़ा है करदा है सिख, ये दोनों ही बेअर्थ हैं। यह सिख है ही नहीं। इनू कोई थां नहीं प्राप्त हो सकती। इनू जीवन का कोई तत्त ज्ञान नहीं मिल सकता। यह जीवन नू हार के जाएगा। पौड़ी
ਇਹ ਪੌੜੀ ਉਹੀ ਪੌੜੀ ਹੈ ਜਿਸ ਦੀ ਪਹਿਲੀ 2 ਪੰਕਤੀਆਂ ਜਾਂ 4 ਪੰਕਤੀਆਂ ਸ਼ਾਇਦ ਗੁਰੂ ਸਾਹਿਬ ਨੇ ਸੁਣੀਆਂ ਸਨ, ਔਰ ਉਸ ਤੋਂ ਭਾਈ ਲਹਿਣਾ ਗੁਰੂ ਅੰਗਦ ਬਣਨ ਵੱਲ ਟੁਰ ਗਏ। ਮਨ ਵਿੱਚ ਖਟਕਾ ਹੋਇਆ ਔਰ ਜਵਾਲਾ ਜੀ ਵੱਲ ਜਾਂਦੇ ਸੀ। ਉਹਨਾਂ ਦੇ ਜਵਾਲਾ ਜੀ ਦੇ ਭਗਤ ਸਨ, ਉਹਨਾਂ ਦੇ ਨਾਲ ਕਈ ਹੋਰ ਵੀ ਜਾਂਦੇ ਸਨ ਲੋਕ, ਉਹਨਾਂ ਦੇ ਉਹ ਮੁਖੀ ਸਨ। ਪਰ ਇਹ ਬਾਣੀ ਉਹਨਾਂ ਨੇ ਤੜਕੇ ਅੰਮ੍ਰਿਤ ਵੇਲੇ ਸੁਣੀ, ਔਰ ਉਸ ਖੜੀ ਤੋਂ ਜਦੋਂ ਸੁਣਨ ਤੋਂ ਬਾਅਦ ਹੀ ਉਹਨਾਂ ਦਾ ਮਨ ਬਦਲੀ ਹੋ ਗਿਆ। ਪੌੜੀ, ਜਿਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ, ਤਾਂ ਕਾਲ ਬੁਰੀ ਕਿਉਂ ਕਾਲੀਏ। ਬੜੀ ਬੇਸਿਕ ਸਹੀ ਚੀਜ਼ ਹੈ, ਬਟ ਸਾਨੂੰ ਸਮਝ ਨਹੀਂ ਆਉਂਦੀ ਹੈ। ਸਾਡਾ ਜੀਵਨ ਬਹੁਤ ਸ਼ਾਰਟ ਵਿਊ ਨਾਲ, ਬਹੁਤ ਸ਼ਾਰਟ ਨਿਗਾਹ ਨਾਲ ਚੱਲਦਾ ਹੈ। ਸਾਡਾ ਧਿਆਨ ਸਾਡੇ ਜੀਵਨ ਦੇ ਖੜਕੇ ਦੜਕੇ ਨੇ ਸੰਭਾਲਿਆ ਹੋਇਆ ਹੈ। ਜੋ ਸਾਡੇ ਆਲੇ ਦੁਆਲੇ ਹੋ ਰਿਹਾ ਹੈ, ਸਾਡਾ ਪੂਰਾ ਧਿਆਨ ਉਸਨੇ ਕਾਬੂ ਕੀਤਾ ਹੈ। ਉਸ ਦੇ ਬਿਯੋਂਡ ਦੀ ਜੋ ਲਾਈਫ ਹੈ, ਜੋ ਇਸ ਫਿਜ਼ੀਕਲ ਲਾਈਫ ਤੋਂ ਬਿਯੋਂਡ ਕੁਝ ਅਗਰ ਹੈ, ਉਹਦਾ ਨਾ ਸਾਨੂੰ ਗਿਆਨ ਹੈ, ਨਾ ਉਹਦਾ ਧਿਆਨ ਹੈ, ਤੇ ਨਾ ਸਾਨੂੰ ਸਮਝ ਆਉਂਦੀ ਹੈ ਵੀ ਹੈ ਕੀ। ਇਹ ਜਿਹੜੀ ਕਰਮਾਂ ਦਾ ਜੀਵਨ ਹੈ, ਗੁਰੂ ਕਹਿ ਰਿਹਾ ਹੈ ਕਿ ਇਹਦੇ ਵਿੱਚ ਥੋੜਾ ਜਿਹਾ ਵਿਚਾਰ ਕੇ ਸਾਨੂੰ ਜੀਣਾ ਚਾਹੀਦਾ ਹੈ। ਜਿਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਹੁਣ ਅਸੀਂ ਸੁਖ ਤਾਂ ਲੱਭ ਰਹੇ ਹਾਂ, ਗੁਰੂ ਇਹ ਗੱਲ ਤਾਂ ਸਾਨੂੰ ਦੱਸ ਰਿਹਾ ਹੈ, ਜਿਤ ਸੇਵੀਏ ਸੁਖ ਪਾਈਏ। ਜਿਸ ਸੇਵਾ ਨਾਲ ਸੁਖ ਮਿਲਦਾ ਹੈ, ਸੋ ਸਾਹਿਬ ਸਦਾ ਸੰਭਾਲੀਏ। ਉਸ ਸਾਹਿਬ ਨੂੰ ਸਦਾ ਸੰਭਾਲਣਾ ਚਾਹੀਦਾ ਹੈ। ਹੁਣ ਕੌਨਫਲਿਕਟ ਕੀ ਹੈ ਮੇਰੇ ਮਨ ਵਿੱਚ? ਮੈਨੂੰ ਆਪ ਨਹੀਂ ਗਿਆਨ ਕਿ ਸੁਖ ਇਹ ਵਸਦਾ ਕਿੱਥੇ ਹੈ। ਮੈਂ ਉਸ ਸੁਖ ਨੂੰ ਆਪਣੇ ਜੀਵਨ ਵਿੱਚ ਹੀ ਲੱਭ ਰਿਹਾ ਹਾਂ, ਆਪਣੀ ਰਿਲੇਸ਼ਨਸ਼ਿਪਸ ਵਿੱਚ ਲੱਭ ਰਿਹਾ ਹਾਂ, ਆਪਣੇ ਕਾਰੋਬਾਰ ਵਿੱਚ ਲੱਭ ਰਿਹਾ ਹਾਂ, ਆਪਣੇ ਫਿਜ਼ੀਕਲ ਲਾਈਫ ਵਿੱਚ ਲੱਭ ਰਿਹਾ ਹਾਂ। ਉਸ ਨੂੰ ਮੈਂ ਸੁਖ ਲੱਭਦਾ ਹਾਂ ਕਿ ਇਹ ਮੇਰਾ ਸੁਖ ਹੈ। ਪਰ ਗੁਰੂ ਕਹਿੰਦਾ ਹੈ ਕਿ ਉਹ ਸੁਖ ਦੁੱਖ ਦੇ ਨਾਲ ਵਸਦਾ ਹੈ। ਸੁਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇਹ ਜਿਵੇਂ ਕੱਪੜੇ ਹਨ, ਅਸੀਂ ਪਾਉਂਦੇ ਹਾਂ, ਇੱਕ ਪਾਇਆ ਕੱਪੜਾ ਤੇ ਦੂਜਾ ਇੱਕ ਉਤਾਰਿਆ ਤੇ ਦੂਜਾ ਪਾ ਲਿਆ। ਇਵੇਂ ਸੁੱਖ, ਇੱਕ ਦਿਨ ਅਸੀਂ ਸੁੱਖ ਪਾ ਲਿਆ ਤੇ ਦੂਜੇ ਦਿਨ ਦੁੱਖ ਪਾਉਣਾ ਪੈਂਦਾ ਹੈ। ਇਹ ਤੇ ਕੱਪੜੇ ਹਨ, ਜੀਵਨ ਦੇ ਵਿੱਚ ਆਉਣਾ ਹੀ ਹੈ। ਸੁੱਖ ਤੋਂ ਬਾਅਦ ਦੁੱਖ ਆਏਗਾ, ਦੁੱਖ ਤੋਂ ਬਾਅਦ ਫਿਰ ਸੁੱਖ ਆਏਗਾ। ਸੁੱਖ ਮੰਗਤ ਦੁੱਖ ਆ ਕੇ ਆਵੇ, ਸੋ ਸੁੱਖ ਹਮੇ ਨਾ ਮੰਗਿਆ ਪਾਵੇ। ਇਹ ਕੌਨਫਲਿਕਟ ਮੇਰੇ ਮਨ ਦੇ ਵਿੱਚ ਹੈ ਕਿ ਮੈਂ ਇਸ ਸੁੱਖ ਨੂੰ ਜੀਵਨ ਵਿੱਚ ਹੀ ਲੱਭਣ ਲੱਗਦਾ ਹਾਂ ਔਰ ਮੈਨੂੰ ਦੁੱਖ ਹੀ ਮਿਲਦਾ ਰਹਿੰਦਾ ਹੈ। ਮੈਂ ਉਹ ਜਾਣ ਹੀ ਨਹੀਂ ਰਿਹਾ ਕਿ ਜਿਸ ਸੁੱਖ ਨੂੰ ਮੈਂ ਲੱਭ ਰਿਹਾ ਹਾਂ ਉਹ ਇੱਥੇ ਨਹੀਂ ਜਿੰਦਾ ਰਹਿੰਦਾ। ਮੈਂ ਆਪ ਨਾਲ ਰਾਬੀਆ ਅਲ ਬਸਰਾ ਦੀ ਕਥਾ ਸ਼ੇਅਰ ਕੀਤੀ ਹੈ ਪਹਿਲੇ, ਕਿ ਰਾਬੀਆ ਦੀ ਇੱਕ ਸੂਈ ਡਿੱਗ ਗਈ। ਸੂਫੀ ਸੰਤ ਹੈ, ਉਸਨੇ ਆਪਣੇ ਮਿੱਤਰਾਂ ਨੂੰ ਕਿਹਾ ਕਿ ਮੈਨੂੰ ਮਦਦ ਕਰੋ, ਸੂਈ ਲੱਭ ਲਈਏ। ਤੇ ਸਾਰਾ ਦਿਨ ਉਹ ਸੂਈ ਲੱਭਦੇ ਰਹੇ ਔਰ ਸ਼ਾਮ ਦੇ ਵੇਲੇ ਫਿਰ ਸਭ ਨੇ ਕਿਹਾ ਕਿ ਜੀ ਸੂਈ ਗਿਰੀ ਕਿੱਥੇ, ਐਗਜ਼ੈਕਟਲੀ ਕਿੱਥੇ ਗਿਰੀ ਹੈ, ਅਸੀਂ ਤਾਂ ਲੱਭ ਨਹੀਂ ਪਾਵਾਂਗੇ ਇਸ ਤਰ੍ਹਾਂ। ਤਾਂ ਉਹ ਘਰ ਦੇ ਬਾਹਰ ਲੱਭ ਰਹੇ ਸਨ। ਰਾਬੀਆ ਨੇ ਕਿਹਾ ਕਿ ਸੂਈ ਤਾਂ ਘਰ ਦੇ ਅੰਦਰ ਗਿਰੀ ਹੈ। ਤਾਂ ਸਾਰੇ ਲੋਕ ਹੱਸ ਪਏ ਔਰ ਉਸ ਤੇ ਹੱਸਣ ਲੱਗ ਪਏ ਵੀ ਤੁਸੀਂ ਸਾਰਾ ਦਿਨ ਸਾਡਾ ਵਿਅਰਥ ਕਰ ਲਿਆ, ਸੂਈ ਅੰਦਰ ਗਿਰੀ ਹੈ ਤੇ ਬਾਹਰ ਕਿਉਂ ਲੱਭ ਰਹੇ ਹਾਂ ਅਸੀਂ ਸਵੇਰ ਤੋਂ। ਤਾਂ ਰਾਬੀਆ ਨੇ ਜਵਾਬ ਦਿੱਤਾ, ਕਿਉਂਕਿ ਬਾਹਰ ਚਾਨਣ ਹੈ, ਬਾਹਰ ਪ੍ਰਕਾਸ਼ ਹੈ। ਤਾਂ ਉਹ ਫਿਰ ਹੱਸੇ। ਇਹ ਕੀ ਮਤਲਬ ਹੋਇਆ? ਜਦ ਇੱਥੇ ਗਿਰੀ ਹੀ ਨਹੀਂ ਤਾਂ ਇੱਥੇ ਕਿਉਂ ਅਸੀਂ ਲੱਭ ਰਹੇ ਹਾਂ? ਪ੍ਰਕਾਸ਼ ਦਾ ਕੀ ਮਤਲਬ ਹੈ? ਰਾਬੀਆ ਨੇ ਕਿਹਾ ਕਿ ਅਸੀਂ ਤਾਂ ਹੱਸ ਰਹੇ ਹਾਂ ਆਪਣੇ ਆਪ ਤੇ, ਤੁਸੀਂ ਮੇਰੇ ਤੇ ਹੱਸ ਰਹੇ ਹੋ, ਪਰ ਜੀਵਨ ਵਿੱਚ ਅਸੀਂ ਇਹੀ ਕਰ ਰਹੇ ਹਾਂ। ਜੋ ਚੀਜ਼ ਜਿੱਥੇ ਹੈ ਨਹੀਂ, ਕਿਉਂਕਿ ਉੱਥੇ ਪ੍ਰਕਾਸ਼ ਹੈ, ਉੱਥੇ ਤੜਕਾ ਹੈ, ਉੱਥੇ ਆਵਾਜ਼ ਹੈ, ਉੱਥੇ ਅਟੈਂਸ਼ਨ ਗ੍ਰੈਬਿੰਗ ਓਪਰਚੁਨਿਟੀ ਹੈ, ਇਸ ਕਰਕੇ ਅਸੀਂ ਉਸ ਨੂੰ ਬਾਹਰ ਹੀ ਲੱਭਦੇ ਰਹਿੰਦੇ ਹਾਂ। ਅੰਤਰ ਮਨ ਵਿੱਚ ਜਿਹੜਾ ਸੁੱਖ ਵਸਦਾ ਹੈ ਅਸੀਂ ਉਹਦੇ ਵੱਲ ਨਹੀਂ ਜਾਂਦੇ ਹਾਂ। ਔਰ ਉਹ ਗਿਰਿਆ ਤੇ ਅੰਦਰ ਮਨ ਵਿੱਚ ਹੀ ਸੂਈ ਗਿਰੀ ਹੈ। ਆਤਮ ਰਸ ਵਿੱਚ ਉਹ ਹੈ ਜਿਸ ਨੂੰ ਮਹਾਰਾਜ ਨੇ ਤੀਰਥ ਕਿਹਾ ਹੈ। ਆਤਮ ਤੀਰਥ ਕਰੇ ਨਿਵਾਸ। ਗੁਰੂ ਸਾਨੂੰ ਉਹੀ ਸਮਝਾ ਰਹੇ ਹਨ ਕਿ ਸੇਵਾ, ਜਿਸ ਸੇਵਾ ਵਿੱਚ ਸੁੱਖ ਮਿਲੇਗਾ ਉਹ ਗੁਰੂ ਕੋਲ ਮਿਲੇਗਾ, ਅੰਤਰ ਮਨ ਵਿੱਚ ਮਿਲੇਗਾ। ਸੋ ਸਾਹਿਬ ਸਦਾ ਸੰਭਾਲੀਏ, ਉਸ ਸਾਹਿਬ ਨੂੰ ਸਦਾ ਸੰਭਾਲੀਏ। ਜੀਵਨ ਵਿੱਚ ਅਸੀਂ ਬਹੁਤ ਕੁਝ ਸੰਭਾਲ ਰਹੇ ਹਾਂ, ਬੜੀ એનર્ਜੀ ਲਗਾਉਂਦੇ ਹਾਂ ਹਰ ਚੀਜ਼ ਵਿੱਚ, ਪਰ ਉਹਨਾਂ ਚੀਜ਼ਾਂ ਵਿੱਚ એનર્ਜੀ ਕਿਤਨੀ ਲਗਾ ਰਹੇ ਹਾਂ ਜੋ ਰੀਅਲੀ ਤੱਤ ਹਨ ਲਾਈਫ ਦੀ, ਜੋ ਹੀਰਾ ਹੈ ਜੀਵਨ ਦਾ।
ਜਿੱਥੇ ਗੁਰੂ ਔਰ ਸਿੱਖ ਦਾ ਮਿਲਣ ਹੈ। ਗੁਰੂ ਸਾਡੇ ਵਿਜ਼ਨ ਨੂੰ ਬਦਲਣਾ ਚਾਹੁੰਦੇ ਹਨ। ਸ਼ਾਰਟ ਵਿਊ ਤੋਂ ਹਟਾ ਕੇ ਸਾਨੂੰ ਹੋਰਾਈਜ਼ਨ ਵੱਲ ਨਿਗਾਹ ਕਰ ਰਹੇ ਹਨ ਕਿ ਜੀਵਨ ਹੈ ਕੀ, ਉਹਨੂੰ ਸਮਝ ਲਈਏ। ਜੀਵਨ ਦਾ ਸੁੱਖ ਕਿੱਥੇ ਹੈ ਉਹ ਜਾਣ ਲਈਏ, ਆਨੰਦ ਕਿੱਥੇ ਹੈ ਉਹ ਦੇਖ ਲਈਏ। ਮਹਾਰਾਜ ਕਹਿੰਦੇ ਹਨ, ਜਿਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਜਿੱਥੇ ਆਨੰਦ ਮਿਲਣਾ ਹੈ ਉਸ ਗੁਰੂ ਨੂੰ ਸੰਭਾਲੀਏ, ਸ਼ਬਦ ਨੂੰ ਸੰਭਾਲੀਏ, ਸ਼ਬਦ ਦੇ ਨਾਲ ਵਾਹ ਪਾਈਏ, ਸ਼ਬਦ ਦੀ ਹਜ਼ੂਰੀ ਵਿੱਚ ਰਹੀਏ। ਉਸ ਅਵਸਥਾ ਵੱਲ ਚਲੇ ਜਾਈਏ ਜਦੋਂ ਨਾਮ ਸਾਨੂੰ ਸਮੇਂ ਔਰ ਸਥਾਨ ਔਰ ਫਿਜ਼ੀਕਲ ਪ੍ਰੈਕਟਿਸ ਤੋਂ ਤੋੜ ਕੇ ਸਦਾ ਵੱਲ ਲੈ ਜਾਂਦਾ ਹੈ। ਉਠਤ ਬੈਠਤ ਸੋਵਤ, ਗੁਰੂ ਸਾਹਿਬ ਕਹਿੰਦੇ ਹਨ ਕਿ ਨਾ ਤਾਂ ਉੱਠਦੇ ਹੋਏ ਟੁੱਟਦਾ ਹੈ, ਨਾ ਬੈਠਦੇ ਟੁੱਟਦਾ ਹੈ, ਨਾ ਸੌਂਦੇ ਹੋਏ, ਇਹ ਹੁਣ ਚੱਲਦਾ ਹੀ ਰਹਿੰਦਾ ਹੈ। ਇਹੋ ਜਿਹੀ ਹਜ਼ੂਰੀ ਹੈ ਨਾਮ ਦੀ। ਔਰ 8 ਪਹਿਰ ਹੈ, ਤਾਂ ਨਾ ਤਾਂ ਸਮੇਂ ਦਾ ਕੰਟਰੋਲ ਹੈ ਔਰ ਨਾ ਫਿਜ਼ੀਕਲ ਮੋਡ ਦਾ ਕੰਟਰੋਲ ਹੈ। ਪਰ ਉੱਥੇ ਤੱਕ ਪਹੁੰਚਣ ਵਾਸਤੇ ਸਾਨੂੰ ਅਭਿਆਸ ਕਰਨਾ ਹੈ, ਅਰਦਾਸਾਂ ਕਰਨੀਆਂ ਹਨ, ਸੰਗਤ ਕਰਨੀ ਹੈ। ਸਾਨੂੰ ਆਪਣੇ ਮਨ ਨੂੰ ਬਾਰ-ਬਾਰ ਨਾਮ ਨਾਲ ਜੋੜਨਾ ਹੈ। ਬਾਰ-ਬਾਰ ਟੁੱਟੇਗਾ ਵੀ, ਬਾਰ-ਬਾਰ ਜੋੜਨਾ ਵੀ ਹੈ। ਗੁਰੂ ਕਹਿੰਦੇ ਹਨ, ਜਿਤ ਕੀਤਾ ਭਾਈਏ ਆਪਣਾ, ਤਾਂ ਕਾਲ ਬੁਰੀ ਕਿਉਂ ਕਾਲੀਏ। ਜੋ ਕੁਝ ਵੀ ਅਸੀਂ ਕਰਦੇ ਹਾਂ, ਜੋ ਵੀ ਬੀਜ ਬੋ ਰਹੇ ਹਾਂ, ਇਹ ਮੈਨੂੰ ਹੀ ਮਿਲਣਗੇ। ਇੱਥੇ ਕੋਈ ਦੂਸਰੇ ਦਾ ਕੋਈ ਰਿਲੇਸ਼ਨਸ਼ਿਪ ਦਾ ਕੋਈ ਰੈਲੇਵੈਂਸ ਨਹੀਂ ਹੈ। ਮੈਂ ਕਿਧਰੇ ਸਟੇਜ ਤੇ ਖੜੇ ਹੋ ਕੇ ਕਿਸੇ ਨੂੰ ਮਾੜਾ ਕਹਿ ਦਿੱਤਾ, ਉਹਦੇ ਰਿਪਰਕਸ਼ਨ ਮੇਰਾ ਹੈ। ਮੈਂ ਕਿਸੇ ਨਾਲ ਗਾਲੀ ਗਲੋਚ ਕਰ ਲਈ, ਕਿਸੇ ਦੀ ਚੋਰੀ ਕਰ ਲਈ, ਕਿਸੇ ਨੂੰ ਹਾਰਮ ਕਰ ਦਿੱਤਾ, ਕਿਸੇ ਦਾ ਦਿਲ ਦੁਖਾਇਆ, ਇਹ ਦੂਸਰੇ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਰੱਖਦਾ। ਇਹਦਾ ਵਾਸਾ ਮੇਰੇ ਮਨ ਵਿੱਚ ਹੈ। ਹੁਣ ਇਹ ਮੈਨੂੰ ਹੀ ਵਿਜ਼ਿਟ ਕਰਨੇ ਪੈਣਗੇ ਸਭ ਕੁਝ। ਇੱਥੇ ਦੀ ਅਦਰ ਇਜ਼ ਨਾਟ ਦੇਅਰ, ਇਟਸ ਓਨਲੀ ਮੀ ਐਂਡ ਮਾਈ ਈਗੋ ਮਾਈਂਡ, that is my baggage and I will have to revisit it। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਔਰ ਇਹ ਆਵਾਗਮਨ ਵਿੱਚ ਮੈਨੂੰ ਲੈ ਜਾਏਗਾ, ਵਾਂਡਰਿੰਗ ਵਿੱਚ ਲੈ ਜਾਏਗਾ। ਫਿਰ ਮੇਰਾ ਮਾਈਂਡ ਵੀ ਵਾਂਡਰ ਕਰੇਗਾ। ਫਿਰ ਮਾਈਂਡ ਵਾਂਡਰਿੰਗ ਦੀ ਕਾਰਨ ਕੀ ਹੈ? ਕਿਉਂਕਿ ਮਨ ਵਿੱਚ ਬੈਗੇਜ ਜ਼ਿਆਦਾ ਹੈ। ਮਾਈਂਡ ਹੁਣ ਥਿਰ ਹੀ ਨਹੀਂ ਰਹਿੰਦਾ, ਉਹਨੂੰ ਪੇਨ ਹੈ ਹੁਣ ਹਰ ਜਗ੍ਹਾ। ਸੋ ਜਿੱਥੇ ਉਹਨੂੰ ਪੇਨ ਲੱਗ ਰਹੀ ਹੈ ਹੁਣ ਹੋਰ ਕਿਤੇ ਹੋਰ ਜਾ ਰਿਹਾ, ਫਿਰ ਉਹਨੂੰ ਪੇਨ ਲੱਗ ਰਹੀ ਹੈ ਫਿਰ ਹੋਰ। ਇਹਦਾ ਮਤਲਬ ਉਹ ਇੱਕਦਮ ਬੈਗੇਜ ਬਹੁਤ ਜ਼ਿਆਦਾ ਹੈ ਮਨ ਵਿੱਚ, ਤਾਂ ਉਹ ਵਾਂਡਰ ਕਰੇਗਾ। 3 ਲੋਕ ਮੈਨੂੰ ਬਜ਼ੁਰਗ ਸਮਝਾਉਂਦੇ ਸਨ ਕਿ ਅਧਿਆਤਮ ਵਿੱਚ ਜਿਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਏਗੀ, ਬਹੁਤ ਜ਼ਿਆਦਾ। ਇੱਕ ਤਾਂ ਵੇਵਰਿੰਗ ਮਾਈਂਡ, ਇੱਕ ਰੋਗੀ ਔਰ ਤੀਸਰਾ ਲੇਜ਼ੀ। ਇਹ 3 ਲੋਕ ਨੂੰ ਬਹੁਤ ਅਰਦਾਸਾਂ ਕਰਨੀਆਂ ਪੈਣਗੀਆਂ ਅਧਿਆਤਮ ਵਿੱਚ ਪ੍ਰੋਗਰੈਸ ਕਰਨ ਵਾਸਤੇ। ਉਹਦੀ ਬੁਨਿਆਦ ਕੀ ਹੈ? ਗੁਰੂ ਵੀ ਇਹ ਬਾਰ-ਬਾਰ ਕਹਿ ਰਿਹਾ ਹੈ ਕਿ ਮਨ ਉਹ ਚਾਹੀਦਾ ਹੈ, ਅਹਰਣ ਮਤ ਵੇਦ ਹਥਿਆਰ। ਹੁਣ ਮੈਂ ਕਿਸੇ ਚੀਜ਼ ਨੂੰ ਪਕੜ ਕੇ ਲੋਹੇ ਨੂੰ ਗਰਮ ਕਰਕੇ, ਔਰ ਇਸ ਕੇਸ ਵਿੱਚ ਤਾਂ ਸੋਨਾ ਹੈ, ਜਦੋਂ ਮਹਾਰਾਜ ਨੇ ਕਿਹਾ ਇੱਕ ਸੁਨਿਆਰ ਦੀ ਗੱਲ ਚੱਲ ਰਹੀ ਹੈ, ਉਸ ਨੂੰ ਮੈਂ ਅਗਰ ਫਾਰਮ ਕਰਨਾ ਹੈ ਗਰਮ ਕਰਕੇ, ਔਰ ਮੈਂ ਇੱਕ ਜਗ੍ਹਾ ਤੇ ਨਾ ਰੱਖਾਂ ਔਰ ਉੱਪਰੋਂ ਹਥਿਆਰ ਮਾਰਾਂ, ਤਾਂ ਉਹਦੇ ਤੇ ਅਸਰ ਹੀ ਨਹੀਂ ਪਏਗਾ, ਕਿਉਂਕਿ ਉਹਨੂੰ ਲੱਗੇਗੀ ਹੀ ਨਹੀਂ, ਔਰ ਲੱਗੇਗੀ ਤਾਂ ਗਲਤ ਲੱਗੇਗੀ। ਤਾਂ ਸਟੇਬਲ ਮਾਈਂਡ ਦੇ ਉੱਤੇ ਸ਼ਬਦ ਦੀ ਹਜ਼ੂਰੀ ਦਾ ਇੰਪੈਕਟ ਆਉਣਾ ਹੈ। ਔਰ ਅਗਰ ਮਨ ਸਟੇਬਲ ਨਹੀਂ ਹੈ ਤਾਂ ਉਹ ਇੰਪੈਕਟ ਵੀ ਨਹੀਂ ਆਏਗਾ। ਐਸੇ ਕਰਕੇ ਅਸੀਂ ਰੋਜ਼ ਨਿਤਨੇਮ ਕਰ ਰਹੇ ਹਾਂ, ਰੋਜ਼ ਬਾਣੀਆਂ ਪੜ੍ਹ ਰਹੇ ਹਾਂ, ਪਰ ਸਾਲੋਂ ਸਾਲ ਅਸਰ ਹੀ ਨਹੀਂ ਹੋ ਰਿਹਾ। ਮਨ ਦੇ ਵਿੱਚ ਖੇੜਾ ਨਹੀਂ ਆ ਰਿਹਾ। ਕਾਰਨ ਕੀ ਹੈ? ਕਿ ਮਨ ਥਿਰ ਨਹੀਂ ਹੈ। ਤਾਂ ਇਕਾਗਰ ਮਨ, ਇੱਕ ਮਨ ਜਿੱਥੇ ਦੂਜੇ ਦੇ ਦਰਸ਼ਨ ਚਲੇ ਜਾਣ, ਇੱਕ ਰੈਲੇਵੈਂਟ ਔਰ ਇੰਪੋਰਟੈਂਟ ਐਸਪੈਕਟ ਹੈ ਅਧਿਆਤਮ ਦਾ, ਸਪਿਰਿਚੁਅਲਿਟੀ ਦਾ, ਆਤਮਾ ਦੇ ਰਾਹ ਦਾ। ਮਹਾਰਾਜ ਕਹਿੰਦੇ ਹਨ ਕਿ ਜਿਤ ਕੀਤਾ ਪਾਈਏ ਆਪਣਾ, ਤਾਂ ਕਾਲ ਬੁਰੀ ਕਿਉਂ ਕਾਲੀਏ। ਤਾਂ ਕਿਉਂ ਬੁਰੀ ਕਮਾਈ ਕਿਉਂ ਕਰਾਂ ਮੈਂ? ਕਿਉਂਕਿ ਮੈਂ ਹੀ ਇਹਨੂੰ ਖੱਟਣਾ ਹੈ, ਮੈਂ ਹੀ ਇਸ ਨੂੰ, ਮੈਨੂੰ ਹੀ ਇਹ ਬੀਜ ਖਾਣੇ ਪੈਣਗੇ, ਮੈਨੂੰ ਹੀ ਇਹ ਸਫਾ ਕਰਨੇ ਪੈਣਗੇ। ਇਹਨਾਂ ਨੂੰ ਫਿਰ ਮੈਂ ਕਿਉਂ ਬੀਜਾਂ? ਗੁਰੂ ਕਹਿ ਰਿਹਾ ਥੋੜਾ ਵਿਜ਼ਨ ਵਧਾਈਏ, ਆਪਣਾ ਵਿਊ ਸ਼ਾਰਟ ਟਰਮ ਚੀਜ਼ਾਂ ਤੋਂ ਹਟਾ ਕੇ ਜੀਵਨ ਦੇ ਅੰਤ ਤੱਕ ਲੈ ਜਾਈਏ, ਮੌਤ ਤੱਕ ਲੈ ਜਾਈਏ, ਮ੍ਰਿਤਿੂ ਤੱਕ ਲੈ ਜਾਈਏ। ਫਿਰ ਸਮਝੀਏ ਜੀਵਨ ਨੂੰ ਕੀ ਹੈ। ਮੰਦਾ ਮੂਲ ਨਾ ਕੀਚਈ, ਮੂਲ ਤੋਂ ਬੁਰਾ ਜਿਹੜਾ ਹੈ ਉਹ ਮੂਲ ਤੋਂ, ਬਿਗਨਿੰਗ ਤੋਂ, ਫਾਊਂਡੇਸ਼ਨ ਤੋਂ, ਸ਼ੁਰੂ ਤੋਂ, ਆਰੰਭ ਤੋਂ ਨਹੀਂ ਕਰਨਾ। ਦੇ ਲੰਬੀ ਨਜ਼ਰ ਨਿਹਾਲੀਏ, ਦੇ ਲੰਬੀ ਨਜ਼ਰ ਆਪਣੀ ਲੰਬੀ ਕਰਕੇ ਦੂਰ ਦੀ ਦ੍ਰਿਸ਼ਟੀ ਦੇਖੀਏ, ਨਿਹਾਲੀਏ ਦੇਖੀਏ। ਦੇਹ ਲੰਬੀ
ਨਦਰ ਨਿਹਾਲੀਏ, ਦੂਰ ਤੱਕ ਦੇਖੋ ਕਿ ਜੀਵਨ ਵਿੱਚ ਅੱਗੇ ਜੋ ਅਸੀਂ ਬੀਜ ਰਹੇ ਹਾਂ ਸਾਡੇ ਹੀ ਅੱਗੇ ਆਉਣ ਵਾਲਾ ਹੈ। ਜਿਸ ਪਾਸੇ ਅਸੀਂ ਜਾ ਰਹੇ ਹਾਂ ਉਹੀ ਉਹ ਰਾਹ ਬਣੇਗਾ ਸਾਡਾ। ਅਸੀਂ ਡੈਸਟਨੀ ਦੇ ਬਹੁਤ ਕੀਨ ਹਾਂ। ਅਸੀਂ ਲੋਕ ਸਮਝਦੇ ਹਾਂ ਸਾਨੂੰ ਸਮਝਣਾ ਹੈ ਡੈਸਟਨੀ ਕੀ ਹੈ। ਅਸੀਂ ਲੋਕ ਸਮਝ ਰਹੇ ਹਾਂ ਕਿ ਸਾਨੂੰ ਕੱਲ ਪਤਾ ਲੱਗੇ ਮੇਰਾ ਕੀ ਹੈ। ਤਾਂ ਮੇਰਾ ਕੱਲ ਮੇਰੇ ਅੱਜ ਦੇ ਬੀਜ ਹਨ। ਮੇਰਾ ਅੱਜ ਮੇਰੇ ਪੁਰਾਣੇ ਬੀਜ ਬੋਏ ਹਨ ਔਰ ਹਰ ਘੜੀ ਮੈਂ ਬੋਏ ਜਾ ਰਿਹਾ ਹਾਂ ਔਰ ਅੱਗੇ ਆਉਣ ਵਾਲੇ ਸਮੇਂ ਵਿੱਚ ਖਟਦਾ ਜਾਵਾਂਗਾ। ਇਸ ਕਰਕੇ ਗੁਰੂ ਕਹਿ ਰਿਹਾ ਹੈ ਕਿ ਉਸ ਚੀਜ਼ ਨੂੰ ਸੰਭਾਲੀਏ, ਉਸ ਵਸਤੂ ਨੂੰ ਸੰਭਾਲੀਏ, ਉਸ ਰਿਲੇਸ਼ਨਸ਼ਿਪ ਨੂੰ ਸੰਭਾਲੀਏ ਜਿਹੜਾ ਜੀਵਨ ਨੂੰ ਬਦਲ ਸਕਦਾ ਹੈ। ਗੁਰੂ ਔਰ ਸਿੱਖ ਦਾ ਰਿਲੇਸ਼ਨਸ਼ਿਪ, ਜਿਤ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਜਿਸ ਸੇਵਾ ਨਾਲ ਜੀਵਨ ਬਦਲੀ ਹੋ ਸਕਦਾ ਹੈ, ਸੁੱਖ ਮਿਲ ਸਕਦਾ ਹੈ, ਆਨੰਦ ਖੁੱਲ ਸਕਦਾ ਹੈ, ਮਹਾਰਾਜ ਕਹਿ ਰਹੇ ਹਨ ਉਸ ਨੂੰ ਸੰਭਾਲਣਾ ਜ਼ਰੂਰੀ ਹੈ। ਅਸੀਂ ਫੋਕਸ ਕਿਸ ਚੀਜ਼ਾਂ ਤੇ ਕਰ ਰਹੇ ਹਾਂ ਗੁਰੂ ਦੱਸ ਰਿਹਾ ਹੈ, ਉਹਨਾਂ ਨੂੰ ਸਮਝ ਲਈਏ ਕਿ ਰੈਲੇਵੈਂਟ ਕਿਹੜੀਆਂ ਨੇ, ਮੋਰ ਰੈਲੇਵੈਂਟ ਕਿਹੜੀਆਂ ਨੇ। ਡੇ ਟੂ ਡੇ ਲਾਈਫ ਦੇ ਉੱਤੇ ਸਾਰੀ ਐਨਰਜੀ ਲੱਗ ਰਹੀ ਹੈ, ਸਾਡੀ ਅਧਿਆਤਮ ਵੱਲ, ਆਤਮਾ ਦੀ ਦ੍ਰਿਸ਼ਟੀ ਵੱਲ ਐਨਰਜੀ ਥੋੜੀ ਲੱਗਦੀ ਹੈ ਕਿਉਂਕਿ ਰੋਜ਼ਮर्रा ਦੇ ਜੀਵਨ ਵਿੱਚ ਖਟਕਾ ਜ਼ਿਆਦਾ ਹੈ, ਸ਼ੋਰ ਜ਼ਿਆਦਾ ਹੈ, ਸਾਡਾ ਧਿਆਨ ਉੱਥੇ ਚਲਾ ਜਾਂਦਾ ਹੈ ਔਰ ਜੋ ਅਸੀਂ ਸੁਣਦੇ ਹਾਂ ਉਹ ਸਾਡਾ ਮਨ ਬਣ ਜਾਂਦਾ ਹੈ। ਜੋ ਅਸੀਂ ਅਬਜ਼ੌਰਬ ਕਰਦੇ ਹਾਂ ਉਹ ਮੇਰਾ ਕੱਲ ਦਾ ਮਨ ਹੈ। ਸੁਣਨ ਤੋਂ ਮਨ ਦੀ ਟਰਾਂਸਫਰਮੇਸ਼ਨ ਸ਼ੁਰੂ ਹੁੰਦੀ ਹੈ। ਸੁਣਨ ਦਾ ਮਤਲਬ ਅਬਜ਼ੌਰਬ ਕਰਨਾ ਵੀ ਹੈ, ਕੇਵਲ ਸੁਣਨਾ ਨਹੀਂ। ਸੁਣਨਾ ਜਾਂ ਉਹਨੂੰ ਅਬਜ਼ੌਰਬ ਕਰਨਾ ਜਾਂ ਉਹ ਕਨਕਲੂਜਨਸ ਬਣਾਉਣਾ ਜੀਵਨ ਦੇ, ਉੱਥੋਂ ਹੀ ਮਨ ਟਰਾਂਸਫਾਰਮ ਹੋਏਗਾ। ਔਰ ਮੈਂ ਉਹਨਾਂ ਨੂੰ ਕਿੱਥੇ ਐਕਸਪੋਜ਼ ਕਰ ਰਿਹਾ ਹਾਂ, ਉਸ ਮਨ ਨੂੰ ਕਿਹਨਾਂ ਚੀਜ਼ਾਂ ਵਿੱਚ ਐਕਸਪੋਜ਼ ਕਰ ਰਿਹਾ ਹਾਂ ਔਰ ਕਿਸ ਤਰ੍ਹਾਂ ਕਰ ਰਿਹਾ ਹਾਂ, ਉਹ ਮੇਰੇ ਕੰਟਰੋਲ ਵਿੱਚ ਹੈ। ਉਸ ਤੋਂ ਮੇਰਾ ਕੱਲ ਡਿਫਾਈਨ ਹੋਏਗਾ। ਮਹਾਰਾਜ ਕਹਿੰਦੇ ਹਨ ਮੰਦਾ ਮੂਲ ਨਾ ਕੀਚਈ ਦੇ ਲੰਬੀ ਨਜ਼ਰ ਨਿਹਾਲੀਏ, ਜਿਉ ਸਾਹਿਬ ਨਾਲ ਨਾ ਹਾਰੀਏ ਤੇ ਵੇਹੋ ਪਾਸਾ ਢਾਲੀਏ। ਇਹ ਜਿਹੜੀ ਪਾਸਾ ਹੈ ਇਹ ਹਾਥੀ ਦੰਦ ਦੀ ਗੋਟੀਆਂ ਹੁੰਦੀਆਂ ਸਨ, ਜਿਹਦੇ ਡਾਈਸ ਜਿਸ ਨੂੰ ਅਸੀਂ ਕਹਿੰਦੇ ਹਾਂ। ਤੇ ਮਹਾਰਾਜ ਕਹਿੰਦੇ ਹਨ ਕਿ ਇਹ ਹੁਣ ਗੇਮ ਹੈ ਅਗਰ ਜੀਵਨ, ਤਾਂ ਉਸ ਸਾਹਿਬ ਨਾਲ, ਜਿਉ ਸਾਹਿਬ ਨਾਲ ਨਾ ਹਾਰੀਏ, ਇਸ ਜੀਵਨ ਨੂੰ ਉਸ ਸਾਹਿਬ ਨਾਲ, ਉਸ ਗੁਰੂ ਨਾਲ ਰੱਖਣਾ ਹੈ ਜਿਹਦੇ ਨਾਲ ਹਾਰ ਸਾਹਮਣੇ ਨਹੀਂ ਆਏਗੀ। ਜੀਵਨ ਜਿੱਤ ਸਕਦੇ ਹਾਂ। ਉਸ ਤਰ੍ਹਾਂ ਦੀ ਗੇਮ ਖੇਡੀਏ, ਉਸ ਤਰ੍ਹਾਂ ਦੀ ਡਾਈਸ ਖੇਡੀਏ, ਉਸ ਤਰ੍ਹਾਂ ਦੀ ਚਾਲ ਖੇਡੀਏ। ਉਹ ਚਾਲ ਮੇਰੇ ਹੱਥ ਵਿੱਚ ਹੈ। ਉਹ ਜਿਹੜਾ ਪਾਸਾ ਢਾਲਣਾ ਹੈ, ਪਾਸੇ ਨੂੰ ਗੇਰਨਾ ਹੈ, ਉਹ ਜਿਹੜੀ ਡਾਈਸ ਗੇਰਨੀ ਹੈ ਉਹ ਮੇਰੇ ਹੱਥ ਵਿੱਚ ਹੈ। ਗੁਰੂ ਕਹਿ ਰਹੇ ਹਨ ਉਸ ਤਰ੍ਹਾਂ ਦੀ ਗੇਮ ਖੇਡ ਕਿ ਜੀਵਨ ਜਿੱਤ ਕੇ ਜਾਏਗਾ। ਗੁਰੂ ਨੂੰ ਸੰਭਾਲ ਲੈ। ਗੁਰੂ ਔਰ ਸਿੱਖ ਦਾ ਇਹ ਰਿਲੇਸ਼ਨਸ਼ਿਪ ਕੋਰ ਹੈ ਲਾਈਫ ਦਾ, ਇਹਨੂੰ ਸੰਭਾਲ ਲੈ। ਸਾਰੀ ਐਨਰਜੀ ਡੇ ਟੂ ਡੇ ਲਾਈਫ ਵਿੱਚ ਚਲੀ ਜਾਏ ਔਰ ਇਹ ਰਿਲੇਸ਼ਨਸ਼ਿਪ ਨਾ ਸਮਝ ਲੈ ਤਾਂ ਹਾਰ ਕੇ ਜਾਏਗਾ ਜੀਵਨ। ਸਭ ਕੁਝ ਵੀ ਜਿੱਤ ਗਿਆ, ਕਰੋੜਪਤੀ ਬਣ ਗਿਆ, ਕਰੋੜਾਪਤੀ ਬਣ ਗਿਆ, ਅਰਬਪਤੀ ਬਣ ਗਿਆ, ਸਭ ਕੁਝ ਹਾਰ ਕੇ ਗਿਆ। ਜੀਵਨ ਦਾ ਜਿੱਤ ਔਰ ਹਾਰ ਕਿੱਥੇ ਹੈ ਔਰ ਕਿਸ ਕੋਲ ਹੈ, ਗੁਰੂ ਇਹ ਸਮਝਾ ਰਹੇ ਹਨ। ਕਿਹੜੇ ਐਟੀਟਿਊਡ ਆਫ ਲਾਈਫ ਨਾਲ ਅਸੀਂ ਜੀਵਨ ਨੂੰ ਜਾਣ ਸਕਦੇ ਹਾਂ, ਕਿਹੜੀ ਅਪਰੋਚ ਨਾਲ ਜੀਵਨ ਨੂੰ ਜਿੱਤ ਸਕਦੇ ਹਾਂ। ਔਰ ਇੱਥੇ ਹਾਰ ਜਿੱਤ ਹੈ। ਮੈਂ ਆਪਣਾ ਪੂਰਾ ਜਨਮ ਹਾਰ ਕੇ ਜਾ ਸਕਦਾ ਹਾਂ ਔਰ ਮੈਂ ਸਦਾ ਲਈ ਵਿਕਾਸ ਜਿੱਤ ਸਕਦਾ ਹਾਂ। ਇਹ ਇੱਕ ਓਪਰਚੁਨਿਟੀ ਹੈ। ਗੁਰੂ ਨੂੰ ਸਮਝਾ ਰਹੇ ਹਨ ਮੈਨੂੰ। ਇਹ ਮੇਰੇ ਹੱਥ ਵਿੱਚ ਹੈ ਕਿ ਕਿਸ ਤਰ੍ਹਾਂ ਦਾ ਪਾਸਾ ਮੈਂ ਢਾਲਿਆ ਹੈ, ਕਿਸ ਤਰ੍ਹਾਂ ਦੀ ਡਾਈਸ ਮੈਂ ਖੇਡੀ ਹੈ, ਕਿਸ ਤਰ੍ਹਾਂ ਮੈਂ ਜੀਵਨ ਨੂੰ ਖੇਲ ਰਿਹਾ ਹਾਂ। ਉਸੇ ਤਰ੍ਹਾਂ ਮੈਨੂੰ ਜੀਵਨ ਅੱਗੇ ਲੈ ਜਾਏਗਾ। ਸੰਤ ਸ਼ਬਦ ਇੱਕ ਬੜਾ ਪਿਆਰਾ ਸ਼ਬਦ ਹੈ ਔਰ ਅਸੀਂ ਕਈ ਵਾਰ ਇਹ ਕਹਿ ਦਿੰਦੇ ਹਾਂ ਆਪਣੇ ਆਪ ਨੂੰ ਕਿ ਇਹ ਸਾਡੇ ਲਈ ਨਹੀਂ ਹੈ। ਬਜ਼ੁਰਗਾਂ ਨੇ ਮੈਨੂੰ ਡਿਫਾਈਨ ਕੀਤਾ ਬੜੇ ਪਿਆਰ ਨਾਲ, ਕਹਿੰਦੇ ਸੀ ਕਿ ਜਿਸ ਨੇ ਅੰਤ ਨੂੰ ਸੰਭਾਲ ਲਿਆ ਉਹ ਸੰਤ ਹੈ। ਜੀਵਨ ਦਾ ਅੰਤ, ਸਰੀਰ ਦਾ ਅੰਤ। ਜਦੋਂ ਸਰੀਰ ਦਾ ਅੰਤ ਹੈ ਅਗਰ ਉਸ ਨੂੰ ਸੰਭਾਲ ਲਿਆ ਤਾਂ ਉਹ ਸੰਤ ਹੈ। ਸਿੱਖ ਜਿਹੜਾ ਹੈ ਉਹ ਸਰੀਰ ਨੂੰ ਸੰਭਾਲਦਾ, ਸਰੀਰ ਤੋਂ ਪਰੇ ਦੇ ਜੀਵਨ ਨੂੰ ਜਾਣਦਾ ਹੈ। ਉਹ ਸਰੀਰ ਦੇ ਪਰੇ ਦੇ ਅਧਿਆਤਮ ਨੂੰ ਜਾਣਦਾ ਹੈ। ਉਹ ਇੱਕ ਪ੍ਰੇਮ ਨੂੰ ਜਾਣਦਾ ਹੈ ਜੋ ਸਦਾ ਹਾਜ਼ਰ ਹੈ। ਉਹ ਇੱਕ ਆਨੰਦ ਨੂੰ ਜਾਣਦਾ ਹੈ ਜਿਹੜਾ ਆਨੰਦ ਕਿਸੇ ਕੰਡੀਸ਼ਨ ਤੇ ਡਿਪੈਂਡੈਂਟ ਨਹੀਂ ਹੈ। ਗੁਰੂ ਇਹ ਬਾਰ-ਬਾਰ ਸਾਨੂੰ ਆਦੇਸ਼ ਕਰਦਾ ਹੈ ਕਿ ਖੋਜੋ ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਤਨ ਛੁੱਟਦਾ ਮਨ ਕਿੱਧਰ ਜਾਏਗਾ? ਇਹਨੂੰ ਖੋਜਣਾ ਮਨ ਨੂੰ। ਬੇਦ ਕਤੇ ਵਿਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ,
टुकदम करारी जो करे हाजिर हजूर खुदाए, बंदे खोज दिल हर रोज ना फिर परेशानी माहे। मैं कह रहा हाँ कि मैं जीवन तो परेशान हाँ, बिल्कुल ठीक है, पर ਇਹਦਾ ਸੋਲੂਸ਼ਨ ਕਿੱਥੇ ਹੈ? ਜਾਂ ਤਾਂ ਅਸੀਂ ਕਹੀਏ ਕਿ ਇਹਦਾ ਸੋਲੂਸ਼ਨ ਸਿਰਫ ਜੀਵਨ ਦੇ ਵਿੱਚ ਹੀ ਹੈ, ਤਾਂ ਮੈਂ ਜੀਵਨ ਦੇ ਐਫਰਟਸ ਕਰਦਾ ਰਵਾਂ ਆ ਜੀਵਨ, ਪਰ ਹੋ ਸਕਦਾ ਹੈ ਇਹਦਾ ਸੋਲੂਸ਼ਨ ਕਿਧਰੇ ਹੋਰ ਹੈ ਔਰ ਮੈਂ ਲੱਭ ਕਿਧਰੇ ਹੋਰ ਰਿਹਾ ਹਾਂ। ਇਹ ਗੁਰੂ ਔਰ ਸਿੱਖ ਦੇ ਰਿਲੇਸ਼ਨਸ਼ਿਪ ਵਿੱਚ ਜੋ ਗੁਰੂ ਨੇ ਸਾਨੂੰ ਸਮਝਾਇਆ ਕਿ ਸਾਰੇ ਸੋਲੂਸ਼ਨਸ ਹਨ, ਅਧੂਰੇ ਨਹੀਂ ਹਨ, ਕੰਪਲੀਟ ਲਾਈਫ ਦੀ ਗੱਲ ਹੋ ਰਹੀ ਹੈ। ਤਾਂ ਮੈਂ ਇਹ ਚਾਹੁੰਦਾ ਹਾਂ ਕਿ ਮੇਰੀ ਚਿੰਤਾ ਖਤਮ ਹੋ ਜਾਏ, ਉਹਦੇ ਵਾਸਤੇ ਗੁਰੂ ਦਾ ਚਿੰਤਨ ਕਰਨਾ ਹੈ। ਜੀਵਨ ਦੇ ਵਿੱਚ ਚਿੰਤਾਵਾਂ ਸਾਰੀਆਂ ਖਤਮ ਹੋ ਜਾਣਗੀਆਂ। ਜੀਵਨ ਦੇ ਤਤ ਗਿਆਨ ਨੂੰ ਜਾਣ ਲਿਆ ਤਾਂ ਮੈਨੂੰ ਲੱਗਦਾ ਹੈ ਗੁਰੂ ਕਹਿੰਦੇ ਹਨ ਸਾਰੀਆਂ ਖਤਮ ਹੋ ਜਾਣਗੀਆਂ। ਗੁਰੂ ਸਾਨੂੰ ਇਹੀ ਕਹਿ ਰਿਹਾ ਹੈ ਬਾਰ-ਬਾਰ ਕਿ ਇਹ ਭਰਮ ਜੀ ਰਿਹਾ ਹੈ ਤੂੰ, ਨਾਮ ਔਰ ਸ਼ਬਦ ਨੂੰ ਜਾਣ ਲਓ ਤਾਂ ਜੀਵਨ ਦੇ ਤੱਤ ਨੂੰ ਜਾਣ ਲਓਗੇ। ਪਰ ਮੈਂ ਉਸ ਚਿੰਤਾ ਕਰਕੇ ਇਤਨਾ ਜ਼ਿਆਦਾ ਵਿਆਕੁਲ ਹਾਂ ਕਿ ਮੈਂ ਨਾਮ ਦੀ ਹਜ਼ੂਰੀ ਵਿੱਚ ਜਾਣ ਵਾਸਤੇ ਸਮਾਂ ਹੀ ਨਹੀਂ ਹੈ, એનર્ਜੀ ਨਹੀਂ ਬਚੀ ਹੈ। ਇੱਥੇ ਹੁਣ ਕੌਨਫਲਿਕਟ ਆਉਂਦਾ ਹੈ। ਫਿਰ ਗੁਰੂ ਸਮਝਾ ਰਹੇ ਹਨ ਕਿ ਸਿੱਖ ਔਰ ਗੁਰੂ ਦਾ ਇੱਕ ਰਿਲੇਸ਼ਨਸ਼ਿਪ ਹੈ ਜਿਸ ਨਾਲ ਜੀਵਨ ਜਿੱਤਿਆ ਜਾ ਸਕਦਾ ਹੈ। ਜਿਉ ਸਾਹਿਬ ਨਾਲ ਨਾ ਹਾਰੀਏ ਤੇ ਵੇਹੋ ਪਾਸਾ ਢਾਲੀਏ। ਇਹ ਗੇਮ ਉਸ ਤਰ੍ਹਾਂ ਖੇਡ ਕਿ ਜਿੱਤ ਕੇ ਜਾਏਗਾ। ਸਰੀਰ ਵੀ ਜਾਏਗਾ ਇੱਕ ਦਿਨ, ਸਾਰਿਆਂ ਦਾ ਜਾਣਾ ਹੈ। ਕਦੋਂ ਜਾਣਾ ਹੈ, ਕੀ ਜਾਣਾ ਹੈ, ਉਹ ਹੁਕਮ ਦੀ ਖੇਡ ਹੈ। ਪਰ ਗੁਰੂ ਉਸ ਨੂੰ ਰੈਲੇਵੈਂਸ ਨਹੀਂ ਦੇ ਰਹੇ ਹਨ। ਗੁਰੂ ਇੱਕ ਮੀਟਿੰਗ ਨੂੰ ਰੈਲੇਵੈਂਸ ਦੇ ਰਹੇ ਹਨ ਜਿਹੜੀ ਸਿੱਖ ਔਰ ਗੁਰੂ ਦੇ ਵਿੱਚ ਅਗਰ ਹੁੰਦੀ ਹੈ ਮਨ ਕਰਕੇ, ਤਾਂ ਉਹ ਜੀਵਨ ਦੇ ਸਾਰੇ ਇਸ਼ੂਜ਼ ਨੂੰ ਟ੍ਰਾਂਸੈਂਡ ਕਰ ਲੈਂਦੀ ਹੈ। ਗੁਰੂ ਬਾਰ-ਬਾਰ ਉਸ ਵੱਲ ਪ੍ਰੇਰਦੇ ਹਨ ਸਾਨੂੰ ਕਿ ਆਪਣੇ ਮਨ ਦੇ ਅੰਦਰ ਗੁਰੂ ਦਾ ਮਿਲਣ ਹੋ ਜਾਏ, ਗੁਰੂ ਔਰ ਸ਼ਬਦ ਦੀ ਐਕਸਪੀਰੀਅੰਸ ਖੁੱਲ ਜਾਏ, ਤਾਂ ਇਹ ਜੀਵਨ ਜਿੱਤਿਆ ਜਾ ਸਕਦਾ ਹੈ। ਫਿਰ ਮੌਤ ਆਏਗੀ ਵੀ ਤਾਂ ਕੁਝ ਵੀ ਨਹੀਂ ਲੈ ਕੇ ਜਾਏਗੀ। ਜੋ ਜਾਣਾ ਹੀ ਸੀ ਉਹ ਜਾਏਗਾ। ਸਰੀਰ ਤਾਂ ਰਾਖ ਹੈ, ਰਾਖ ਬਣ ਜਾਏਗਾ, ਪਰ ਵਿਗੜੇਗਾ ਕੁਝ ਨਹੀਂ। ਸਦਾ ਵਾਲੀ ਗੱਲ ਚੱਲਦੀ ਹੈ ਮਹਾਰਾਜ। ਗੁਰੂ ਸਾਨੂੰ ਅਧਿਆਤਮਿਕ ਜੀਵਨ ਵੱਲ ਪ੍ਰੇਰ ਰਹੇ ਹਨ, ਜੀਵਨ ਦੇ ਸੋਲੂਸ਼ਨਸ ਵੱਲ ਪ੍ਰੇਰ ਰਹੇ ਹਨ। ਇਸ ਫਿਜ਼ੀਕਲ ਵਰਲਡ ਦੇ ਬਿਯੋਂਡ ਦੀ ਇੱਕ ਸਪਿਰਿਚੁਅਲ ਲਾਈਫ ਹੈ ਜੋ ਇਹਦੇ ਵਿੱਚ ਹੀ ਵਸਦੀ ਹੈ, ਇਸ ਫਿਜ਼ੀਕਲ ਦੇ ਨਾਲ ਰਿਲੇਸ਼ਨ ਰੱਖਦੀ ਹੈ, ਪਰ ਇਹਦੇ ਬਿਯੋਂਡ ਹੈ। ਸਾਡੇ ਮਨ ਨੂੰ ਉਸ ਦੇ ਬਿਯੋਂਡ ਜਾਣਾ ਹੈ। ਮਹਾਰਾਜ ਕਹਿੰਦੇ ਹਨ ਜਿਉ ਸਾਹਿਬ ਨਾਲ ਨਾ ਹਾਰੀਏ ਤੇ ਵੇਹੋ ਪਾਸਾ ਢਾਲੀਏ। ਉਸ ਗੁਰੂ ਦੇ ਨਾਲ ਮਿਲ ਕੇ ਗੇਮ ਸਕਸੈਸਫੁਲ ਲਾਈਫ ਦੀ ਗੱਲ ਕਰਦੇ ਹਨ ਮਹਾਰਾਜ। ਲਾਈਫ ਦਾ ਸਕਸੈਸ ਕਿਛ ਲਾਹੇ ਉੱਪਰ ਘਾਲੀਏ। ਮਹਾਰਾਜ ਕਹਿੰਦੇ ਨੇ ਕੁਛ ਇਹੋ ਜਿਹਾ ਪ੍ਰੋਫਿਟ ਕਮਾਈਏ, ਘਾਲੀਏ, ਇਹੋ ਜਿਹੀ ਘਾਲ ਕਰੀਏ, ਐਫਰਟ ਕਰੀਏ ਕਿ ਸਾਨੂੰ ਪ੍ਰੋਫਿਟ ਮਿਲੇ। ਉਹ ਪ੍ਰੋਫਿਟ ਜਿਹੜਾ ਮੇਰੇ ਤੋਂ ਕੋਈ ਲੈ ਸਕਦਾ ਹੈ, ਗੁਰਮਤ ਉਸ ਨੂੰ ਪ੍ਰੋਫਿਟ ਨਹੀਂ ਗਿਣਦੀ। ਮੈਨੂੰ ਸਟੇਟਸ ਮਿਲਿਆ, ਕੱਲ ਜਾ ਸਕਦਾ ਹੈ। ਮੈਨੂੰ ਪੈਸਾ ਮਿਲਿਆ, ਕੱਲ ਜਾ ਸਕਦਾ ਹੈ। ਗੁਰਮਤ ਉਸ ਨੂੰ ਲਾਹਾ ਨਹੀਂ ਗਿਣਦੀ। ਲਾਹਾ ਤੇ ਜੀਵਨ ਦਾ ਉਹ ਹੈ ਜੋ ਮੇਰੇ ਤੋਂ ਕੋਈ ਲੈ ਹੀ ਨਹੀਂ ਪਾਏਗਾ, ਜੋ ਸਦਾ ਲਈ ਹੈ ਮੇਰੇ ਕੋਲ। ਸਿੱਖ ਔਰ ਗੁਰੂ ਦੇ ਇਸ ਰਿਲੇਸ਼ਨਸ਼ਿਪ ਨੂੰ ਗੁਰੂ ਸਾਹਿਬ ਸਾਨੂੰ ਰੀਇਨਫੋਰਸ ਕਰਨਾ ਚਾਹੁੰਦੇ ਹਨ। ਅਸੀਂ ਮ੍ਰਿਤਿੂ ਨੂੰ ਇੱਕ ਕੈਟਾਕਲਿਜ਼ਮ ਮੰਨਦੇ ਹਾਂ, ਜੀਵਨ ਦਾ ਇੱਕ ਐਂਡ ਮੰਨਦੇ ਹਾਂ ਜੀਵਨ ਦਾ। ਗੁਰੂ ਕਹਿੰਦਾ ਹੈ ਕਿ ਜੀਵਨ ਦੇ ਵਿੱਚ ਅਗਰ ਸਿੱਖ ਔਰ ਗੁਰੂ ਦਾ ਰਿਲੇਸ਼ਨਸ਼ਿਪ ਸਮਝ ਆ ਜਾਏ ਤਾਂ ਉਹ ਹੈ ਚੇਂਜ ਲਾਈਫ ਦਾ, ਉਹ ਹੈ ਅਸਲ ਚੇਂਜ। ਮ੍ਰਿਤਿੂ ਨਹੀਂ ਹੈ ਅਸਲ ਚੇਂਜ। ਅਸੀਂ ਮੰਨਦੇ ਹਾਂ ਉਸ ਨੂੰ ਅਸਲ ਚੇਂਜ ਕਿ ਐਬਸੋਲੂਟ ਹੈ। ਗੁਰੂ ਕਹਿੰਦਾ ਨਹੀਂ ਹੈ। ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ ਭੌਰ ਨਾ ਮਰਨਾ ਹੋਏ। ਤੇ ਮਰਨਾ ਹੈ ਹੀ ਨਹੀਂ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਗੁਰੂ ਕਹਿ ਰਿਹਾ ਉਹ ਤੁਸੀਂ ਇੱਥੇ ਫੇਅਰ ਨਾਲ ਜੀ ਰਹੇ ਹੋ ਕਿ ਮਰੋਗੇ। ਫੇਅਰ ਛੱਡੋ, ਇੱਥੇ ਆਨੰਦ ਦੀ ਘੜੀ ਹੈ। ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਆਨੰਦ ਦੇ ਵਿੱਚ ਮਨ ਵਾਸਾ ਹੋ ਜਾਏਗਾ, ਸਮਾ ਜਾਏਗਾ, ਸਦਾ ਵਿਗਾਸ ਵਿੱਚ ਚਲਾ ਜਾਏਗਾ। ਗੁਰੂ ਕਹਿੰਦਾ ਇਹ ਹੈ ਦਿਸ ਇਜ਼ ਦ ਰੀਅਲ ਹੈਪਨਿੰਗ ਆਫ ਲਾਈਫ, ਨਾਟ ਮ੍ਰਿਤਿੂ। ਹਾਂ, ਮ੍ਰਿਤਿੂ ਉਹਨਾਂ ਲਈ ਹੈ ਜਿਹੜੇ ਹਾਰ ਕੇ ਜਾਣਾ ਜੀਵਨ, ਉਹਨਾਂ ਲਈ ਹੈਪਨਿੰਗ ਹੈ। ਉਹਨਾਂ ਲਈ ਜੀਵਨ ਵੈਸੇ ਹੀ ਹਾਰ ਗਿਆ। ਜਿੰਦੇ ਜੀ ਵੀ ਹਾਰ ਗਏ ਔਰ ਮਰਦੇ ਵੀ ਹਾਰੇ ਗਏ। ਸਕਸੈਸ ਕੀ ਹੈ ਜੀਵਨ ਦਾ? ਇਸ ਪੌੜੀ ਵਿੱਚ ਸਾਨੂੰ ਸਾਹਿਬ ਦਰਸ਼ਨ ਕਰਾ ਰਹੇ ਹਨ। ਮੈਂ ਆਪ ਸਭ ਤੋਂ ਇਤਨੇ ਵਿਚਾਰ ਆਪ ਅੱਗੇ ਰੱਖ ਕੇ ਅੱਜ ਦੀ ਇੱਥੇ ਤੱਕ ਵਿਚਾਰ ਦੀ ਪ੍ਰਵਾਨਗੀ ਕਰ ਲਓ। ਮੇਰੀ ਗਲਤੀਆਂ ਖਿਮਾ ਕਰ ਦੇਣਾ ਮਹਾਰਾਜ। मैंने कहीं गलतियां कीतियां हन,
ਸੁਧਾਰ ਜ਼ਰੂਰ ਕਰਨਾ। ਆਸ ਕਰਦੇ ਹਾਂ ਕਿ ਗੁਰੂ ਦੀ ਕਿਰਪਾ ਰਹੇ, ਗੁਰੂ ਦੀ ਸ਼ਬਦ ਦੀ ਵਿਚਾਰ ਚੱਲੇ, ਗੁਰੂ ਨਾਲ ਇਸ ਜੀਵਨ ਵਿੱਚ ਮਿਲਣ ਹੋ ਜਾਏ, ਉਹ ਮਿਲਣ ਹੋ ਜਾਏ ਜਿਹੜਾ ਕਦੇ ਵਿਛੋੜਾ ਹੀ ਨਾ ਹੋਏ। ਫਿਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਗੁਰੂ ਦੀ ਕਿਰਪਾ, ਗੁਰੂ ਦਾ ਬਹੁਤ ਬਹੁਤ ਧੰਨਵਾਦ ਹੈ, ਬਹੁਤ ਕਿਰਪਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।